ਵਾਹਿਗੁਰੂ ਜੀ। ਸਾਰੰਗ ਮਹਿਲਾ ਪਹਿਲਾ। ਹਰ ਬਿਨ ਕਿਉ ਧੀਰੈ ਮਨ ਮੇਰਾ, ਕੋਟ ਕਲਪ ਕੇ ਦੁਖ ਬਿਨਾਸਨ, ਸਾਚ ਦਿਰੜਾਏ ਨਬੇਰਾ। ਹਰ ਬਿਨ ਕਿਉ ਧੀਰੈ ਮਨ ਮੇਰਾ, ਕੋਟ ਕਲਪ ਕੇ ਦੁਖ ਬਿਨਾਸਨ, ਸਾਚ ਦਿਰੜਾਏ ਨਬੇਰਾ। ਰਹਾਉ। ਕ੍ਰੋਧ ਨਿਵਾਰ ਜਲੇ ਹਉ ਮਮਤਾ, ਪ੍ਰੇਮ ਸਦਾ ਨਉ ਰੰਗੀ। ਅਨਭਉ ਬਿਸਰ ਗਏ ਪ੍ਰਭ ਜਾਚਿਆ, ਹਰ ਨਿਰਮਾਇਲ ਸੰਗੀ। ਚੰਚਲ ਮਤ ਤਿਆਗ ਭਉ ਪੰਜਨ ਪਾਇਆ, ਏਕ ਸ਼ਬਦ ਲਿਵ ਲਾਗੀ। ਹਰ ਰਸ ਚਾਖ ਤ੍ਰਿਖਾ ਨਿਵਾਰੀ, ਹਰ ਮੇਲ ਲਏ ਵਡ ਭਾਗੀ। ਅਭਰਤ ਸਿੰਚ ਭੈ ਸੁਭਰ ਸਰ, ਗੁਰਮਤਿ ਸਾਚ ਨਿਹੱਲਾ। ਮਨ ਰਤ ਨਾਮ ਰਤੇ ਨੇਹ ਕੇਵਲ, ਆਦ ਜੁਗਾਦ ਦਇਆਲਾ। ਮੋਹਨ ਮੋਹਿ ਲਿਆ ਮਨ ਮੇਰਾ, ਮੋਹਨ ਮੋਹਿ ਲਿਆ ਮਨ ਮੋਰਾ। ਬੜੈ ਭਾਗ ਲਿਵ ਲਾਗੀ, ਸਾਚ ਵਿਚਾਰ ਕੇ ਲਿਵਿਖ ਦੁਖ ਕਾਟੇ। ਮਨ ਨਿਰਮਲ ਅਨਰਾਗੀ, ਗਹਿਰ ਗੰਭੀਰ ਸਾਗਰ ਰਤਨਾਗਰ। ਅਵਰ ਨਹੀਂ ਅਨ ਪੂਜਾ, ਸ਼ਬਦ ਵਿਚਾਰ ਭਰਮ ਭਉ ਪੰਜਨ। ਅਵਰ ਨਾ ਜਾਣਿਆ ਦੂਜਾ, ਮਨੁਆ ਮਾਰ ਨਿਰਮਲ ਪਦ ਚੀਨਿਆ। ਹਰ ਰਸ ਰਤੇ ਅਧਿਖਾਈ, ਏਕ ਸਿਬਿਨ ਮੈਂ ਅਵਰ ਨ ਜਾਨਾ। ਸਤਿਗੁਰ ਬੂਝ ਬੁਝਾਈ, ਅਗੰਮ ਅਗੋਚਰ ਅਨਾਥ ਅਜੋਨੀ। ਗੁਰਮਤਿ ਏਕੋ ਜਾਣਿਆ, ਸੁਭਰ ਭਰੇ ਨਾਹੀ ਚਿਤ ਡੋਲੇ। ਮਨ ਹੀ ਤੇ ਮਨ ਮਾਨਿਆ, ਗੁਰ ਪ੍ਰਸਾਦੀ ਅਕਥੋ ਕਥੀਐ। ਕਹੋ ਕਹਾਵੈ ਸੋਈ, ਨਾਨਕ ਦੀਨ ਦਇਆਲ ਹਮਾਰੇ। ਅਵਰ ਨ ਜਾਣਿਆ ਕੋਈ, ਗੁਰ ਪ੍ਰਸਾਦੀ ਅਕਥੋ ਕਥੀਐ। ਕਹੋ ਕਹਾਵੈ ਸੋਈ, ਨਾਨਕ ਦੀਨ ਦਇਆਲ ਹਮਾਰੇ। ਅਵਰ ਨਾ ਜਾਣਿਆ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਜੁਗੋ ਜੁਗ ਅਟਲ ਸਰਬ ਕਲਾ ਸਮਰੱਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦੀਦਾਰ ਕਰਨ ਦਾ ਜਿੱਥੇ ਸੁਭਾਗ ਪ੍ਰਾਪਤ ਹੋਇਆ ਹੈ, ਗੁਰੂ ਕੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਜੋ ਆਪ ਜੀ ਹਰ ਰੋਜ਼ ਪਿਆਰ ਦੇ ਨਾਲ ਸਰਵਣ ਕਰਦੇ ਹੋ, ਉਸ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਅਮੋਲ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਅੱਜ ਦਾ ਇਹ ਪਵਿੱਤਰ ਮੁਖ ਵਾਕ ਜੋ 8 ਪਦੀਆਂ ਵਾਲਾ ਹੈ, ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਗਰੀਬ ਨਿਵਾਸ ਸਤਿਗੁਰੂ ਜੀ ਕਹਿ ਰਹੇ ਨੇ ਕਿ ਪਰਮਾਤਮਾ ਤੋਂ ਬਿਨਾ ਸਾਡਾ ਜੀਵਨ ਦਾ ਜ਼ਿੰਦਗੀ 'ਚ ਕੋਈ ਆਸਰਾ ਨਹੀਂ ਹੈ। ਸਾਨੂੰ ਜੀਵਨ ਪਰਮਾਤਮਾ ਨੇ ਦਿੱਤਾ ਹੈ।
ਇਹ ਧਰਤੀ ਪ੍ਰਮਾਤਮਾ ਨੇ ਬਣਾਈ ਹੈ। ਧਰਤੀ ਤੇ ਅਨੇਕ ਤਰ੍ਹਾਂ ਦੇ ਪਦਾਰਥ ਉਸ ਵਾਹਿਗੁਰੂ ਜੀ ਨੇ ਇਸ ਜੀਵਨ ਦੇ ਲਈ ਪੈਦਾ ਕੀਤੇ ਹੋਏ ਨੇ। ਜਦੋਂ ਜੀਵ ਇਸ ਧਰਤੀ ਤੇ ਆਉਂਦਾ ਹੈ, ਉਹਦਾ ਮਕਸਦ ਮਨੋਰਥ ਤਾਂ ਇਹ ਸੀ ਕਿ ਰੱਬ ਦੀ ਬਣਾਈ ਇਸ ਧਰਤੀ ਤੇ ਉਹ ਬੜੀ ਮੌਜ ਨਾਲ ਵਿਚਰੇ, ਜ਼ਿੰਦਗੀ ਦਾ ਆਨੰਦ ਮਾਣੇ, ਪਰਮ ਆਨੰਦ ਵਿੱਚ ਲਿਵਲੀਨ ਹੋ ਜਾਏ। ਪਰ ਜਦੋਂ ਮਨੁੱਖ ਇਸ ਧਰਤੀ ਤੇ ਆਉਂਦਾ ਹੈ, ਇਹ ਦੁਨੀਆ ਦੀ ਚਮਕ ਦਮਕ ਦੇਖ ਕੇ ਉਹਨੂੰ ਉਹ ਪ੍ਰਮਾਤਮਾ ਭੁੱਲ ਜਾਂਦਾ ਹੈ। ਜਦੋਂ ਪ੍ਰਮਾਤਮਾ ਨਾਲੋਂ ਟੁੱਟਦਾ ਹੈ, ਉਹਨੂੰ ਇਹ ਉਸ ਵੇਲੇ ਸਜ਼ਾ ਮਿਲਦੀ ਹੈ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜ਼ਿੰਦਗੀ 'ਚ ਕਈ ਤਰ੍ਹਾਂ ਦੇ ਰੋਗ ਵਿਆਪਣੇ ਸ਼ੁਰੂ ਹੋ ਜਾਂਦੇ ਨੇ। ਸਰੀਰ ਦੇ ਉੱਪਰ ਰੋਗ ਬਾਅਦ ਵਿੱਚ ਆਉਂਦੇ ਨੇ, ਪਹਿਲਾਂ ਮਨ ਵਿੱਚ ਰੋਗ ਆਉਂਦੇ ਨੇ। ਜਦੋਂ ਮਨ ਬੇਮੁਖ ਹੋ ਜਾਏਗਾ, ਉਹ ਹੰਕਾਰੀ ਹੋ ਜਾਏਗਾ, ਉਹ ਵਿਕਾਰੀ ਹੋ ਜਾਏਗਾ, ਉਹ ਔਗਣ 'ਚ ਪੈ ਜਾਏਗਾ। ਜਿਨੇ ਔਗਣ ਕਰੇਗਾ ਉਨੀ ਉਹ ਚਿੰਤਾ ਕਰੇਗਾ, ਜਿੰਨੀ ਚਿੰਤਾ ਕਰੇਗਾ ਉਹਨੇ ਰੋਗ ਪੈਦਾ ਹੁੰਦੇ ਜਾਣਗੇ। ਜਦੋਂ ਪ੍ਰਮਾਤਮਾ ਭੁੱਲ ਜਾਏਗਾ, ਮਨੁੱਖ ਅਵਾਰਾਗਰਦੀ ਨੂੰ ਹੀ ਆਪਣੀ ਆਜ਼ਾਦੀ ਸਮਝੇਗਾ। ਜੋ ਮਰਜ਼ੀ ਖਾਣਾ ਹੈ, ਜੋ ਮਰਜ਼ੀ ਪੀਣਾ, ਇਹਨੂੰ ਆਜ਼ਾਦੀ ਸਮਝੇਗਾ। ਉਦੋਂ ਦੀ ਜ਼ਿੰਦਗੀ ਅੰਦਰ ਦੁੱਖ ਪੈਦਾ ਹੋਣਗੇ। ਤੇ ਸਾਹਿਬ ਜੀ ਕਹਿੰਦੇ ਇਹਨਾਂ ਦੁੱਖਾਂ ਤੋਂ ਬਚਣ ਦੇ ਲਈ, ਜ਼ਿੰਦਗੀ ਵਿੱਚ ਆਨੰਦ ਮਾਣਨ ਦੇ ਲਈ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਆਸਰਾ ਨਹੀਂ ਹੈ। ਕੋਈ ਮਨੁੱਖ ਇਹਨਾਂ ਦੁੱਖਾਂ ਤੋਂ ਨਹੀਂ ਬਚਾ ਸਕੇਗਾ। ਕੋਈ ਪਦਾਰਥ, ਕੋਈ ਵਸਤੂ, ਕੋਈ ਹੋਰ ਸਾਧਨ ਸਾਨੂੰ ਜ਼ਿੰਦਗੀ ਅੰਦਰ ਸੁੱਖ ਪ੍ਰਦਾਨ ਨਹੀਂ ਕਰ ਸਕੇਗਾ। ਇਹ ਸਾਰੀਆਂ ਚੀਜ਼ਾਂ ਸਾਡੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਨੇ। ਘਰ ਸਾਨੂੰ ਜ਼ਿੰਦਗੀ ਦੀਆਂ ਕਈ ਲੋੜਾਂ ਪੂਰੀਆਂ ਕਰ ਸਕਦਾ ਹੈ, ਆਰਾਮ ਦੇ ਸਕਦਾ ਹੈ। ਦੁਨੀਆ ਦੇ ਹੋਰ ਪਦਾਰਥ ਸਾਡੀ ਜ਼ਿੰਦਗੀ ਦੇ ਅੰਦਰ ਕੰਮ ਆਉਂਦੇ, ਅਸੀਂ ਵਰਤ ਸਕਦੇ ਹਾਂ। ਪਰ ਜੋ ਮਨ ਦੀ ਬੇਚੈਨੀ ਹੈ ਜਾਂ ਮਨ ਦਾ ਜੋ ਆਨੰਦ ਹੈ, ਉਹ ਕੇਵਲ ਤਾਂ ਕੇਵਲ ਪ੍ਰਮਾਤਮਾ ਦੇ ਪਿਆਰ ਵਿੱਚ ਜਾ ਕੇ ਮਿਲਣਾ ਹੈ। ਸਤਿਗੁਰੂ ਜੀ ਨੇ ਉਸ ਪ੍ਰਮਾਤਮਾ ਦੀ ਗੱਲ ਕਰਦੇ ਹਾਂ ਕਿ ਜਿਉਂ-ਜਿਉਂ ਅਸੀਂ ਗੁਰੂ ਕੇ ਉਪਦੇਸ਼ ਰਾਹੀਂ ਉਸ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਹਾਂ, ਕਿਉਂ ਮਨੁੱਖ ਦੇ ਅੰਦਰ ਸੁੱਖ ਭਰਦਾ ਚਲਿਆ ਜਾਂਦਾ ਹੈ। ਉਹਦੇ ਸਾਰੇ ਇੰਦਰੀ ਜਿਹੜੇ ਨੇ ਇਸ ਸੁੱਖ ਦੇ ਨਾਲ ਭਰਪੂਰ ਹੋ ਜਾਂਦੇ ਨੇ, ਸੰਤੋਖ ਵਿੱਚ ਆ ਜਾਂਦੇ ਨੇ, ਰੱਜ ਜਾਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਮੁਖ ਵਾਕ ਦੇ ਰਾਹੀਂ ਸਾਨੂੰ ਉਸ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਜੀਵਨ ਦਾ ਪਰਮ ਆਨੰਦ ਮਾਣਨ ਦੀ ਜੋ ਪ੍ਰੇਰਨਾ ਦੇ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਸ ਪਵਿੱਤਰ ਮੁਖ ਵਾਕ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦਿਆਂ ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪਹਿਲਾ। ਹਰ ਬਿਨ ਕਿਉਂ ਧੀਰੈ ਮਨ ਮੇਰਾ। ਸਤਿਗੁਰੂ ਜੀ ਦੇ ਇਹ ਪਵਿੱਤਰ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1232 ਤੇ ਅੰਕਿਤ ਹਨ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਮੇਰਾ ਮਨ ਜਿਹੜਾ ਬੜਾ ਬੇਚੈਨ ਹੈ, ਦੁਖੀ ਹੈ, ਚਿੰਤਤ ਹੈ। ਇਸ ਮਨ ਨੂੰ ਧੀਰਜ ਕਿਵੇਂ ਮਿਲੇ? ਦੇਖੋ, ਧਨ ਹੈ, ਦੌਲਤ ਹੈ, ਮਨੁੱਖ ਦੇ ਕੋਲ ਬਹੁਤ ਪਦਾਰਥ ਹੁੰਦੇ ਨੇ, ਲੇਕਿਨ ਉਹਦਾ ਮਨ ਜਿਹੜਾ ਨਾ ਬੜਾ ਬੇਚੈਨ ਰਹਿੰਦਾ, ਟਿਕਾ ਨਹੀਂ ਜ਼ਿੰਦਗੀ ਦੇ ਅੰਦਰ। ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਮਨ ਦਾ ਧੀਰਜ ਹੈ, ਇਹ ਵਾਹਿਗੁਰੂ ਜੀ ਤੋਂ ਬਿਨਾਂ ਨਹੀਂ ਮਿਲ ਸਕਦਾ। ਵਾਹਿਗੁਰੂ ਜੀ ਦੇ ਪਿਆਰ ਤੋਂ ਬਿਨਾਂ, ਨਾਮ ਤੋਂ ਬਿਨਾਂ ਮੇਰੇ ਮਨ ਨੂੰ ਧੀਰਜ ਆ ਹੀ ਕਿਵੇਂ ਸਕਦਾ ਹੈ? ਸਰੀਰ ਦੇ ਲਈ ਭੋਜਨ ਜ਼ਰੂਰੀ ਹੈ। ਭੋਜਨ ਤੋਂ ਬਿਨਾਂ ਸਰੀਰ ਤੰਦਰੁਸਤ ਨਹੀਂ ਰਹਿ ਸਕਦਾ, ਜਿਉਂਦਾ ਨਹੀਂ ਰਹਿ ਸਕਦਾ। ਭੋਜਨ ਨਾ ਖਾਈਏ, ਸਹਿਜੇ ਸਹਿਜੇ ਸਰੀਰ ਕਮਜ਼ੋਰ ਹੋ ਜਾਏਗਾ, ਔਰ ਆਖਰ ਸਹਿਜੇ ਸਹਿਜੇ ਇਹ ਸਰੀਰ ਕਮਜ਼ੋਰ ਹੁੰਦਾ ਰੋਗਾਂ 'ਚ ਪੈ ਕੇ ਖਤਮ ਹੋ ਜਾਏਗਾ। ਇਸ ਕਰਕੇ ਸਰੀਰ ਲਈ ਭੋਜਨ, ਲੇਕਿਨ ਆਤਮਿਕ ਜੀਵਨ ਦੇ ਲਈ, ਇਵੇਂ ਕਹਿ ਲਓ ਕਿ ਅੰਦਰੂਨੀ ਖੁਸ਼ੀ ਦੇ ਲਈ ਭਜਨ, ਵਾਹਿਗੁਰੂ ਜੀ ਦੀ ਬੰਦਗੀ। ਜਿਵੇਂ ਸਰੀਰ ਨੂੰ ਭੋਜਨ ਨਹੀਂ ਮਿਲਿਆ, ਸਰੀਰ ਕਮਜ਼ੋਰ ਹੋ ਜਾਂਦਾ ਹੈ, ਰੋਗੀ ਹੋ ਜਾਂਦਾ ਹੈ। ਜੇ ਸਾਡੇ ਮਨ ਨੂੰ ਵੀ ਉਹ ਖੁਰਾਕ ਨਾ ਮਿਲੀ ਜੋ ਇਹਦਾ ਅਸਲੀ ਆਧਾਰ ਹੈ, ਮਨ ਵੀ ਜਿਹੜਾ ਇਹ ਦੁਖੀ ਹੋ ਜਾਏਗਾ, ਮਨ ਵੀ ਜਿਹੜਾ ਇਹ ਆਨੰਦ ਨਹੀਂ ਮਾਣ ਸਕੇਗਾ। ਇਸ ਕਰਕੇ ਸਾਹਿਬ ਜੀ ਕਹਿੰਦੇ ਕਿ ਵਾਹਿਗੁਰੂ ਜੀ ਦੇ ਪਿਆਰ ਤੋਂ ਬਿਨਾਂ
ਮੇਰਾ ਇਹ ਮਨ ਕਿਵੇਂ ਧੀਰਜ ਵਿੱਚ ਆ ਸਕਦਾ ਹੈ, ਕਿਵੇਂ ਟਿਕ ਸਕਦਾ ਹੈ, ਇਹਨੂੰ ਚੈਨ ਕਿਵੇਂ ਹੋ ਸਕਦਾ ਹੈ। ਕੋਟ ਕਲਪ ਕੇ ਦੁਖ ਬਿਨਾਸਨ ਸਾਚ ਦਿਰੜਾਏ ਨਬੇਰਾ ਕਲਪ। ਚਾਰ ਯੁਗਾਂ ਦੇ ਸਮੇਂ ਨੂੰ ਕਲਪ ਕਿਹਾ ਜਾਂਦਾ ਹੈ। ਚਾਰ ਯੁਗ ਲੰਘ ਜਾਣ, ਕਹਿੰਦੇ ਇੱਕ ਕਲਪ ਬਤੀਤ ਹੋ ਗਿਆ ਹੈ। ਤੇ ਸਾਹਿਬ ਜੀ ਕਹਿੰਦੇ ਕੋਟ ਕਲਪ, ਕਰੋੜਾਂ ਹੀ ਕਲਪ, ਇੱਕ ਤਾਂ ਹੁੰਦਾ ਕਰੋੜਾਂ ਯੁਗ, ਕਰੋੜਾਂ ਹੀ ਕਲਪ ਦੇ ਜਿਹੜੇ ਦੁੱਖ ਨੇ ਮਨੁੱਖ ਦੀ ਜ਼ਿੰਦਗੀ ਅੰਦਰ। ਜ਼ਿੰਦਗੀ ਦੇ ਵਿੱਚ ਆਪਾਂ ਦੇਖਦੇ ਹਾਂ ਬੇਅੰਤ ਦੁੱਖ ਨੇ, ਬੇਅੰਤ ਪਰੇਸ਼ਾਨੀਆਂ ਨੇ। ਹਰਿਗੁਰੂ ਜੀ ਕਹਿੰਦੇ ਇੱਕ ਜ਼ਿੰਦਗੀ ਦੇ ਨਹੀਂ, ਕਰੋੜਾਂ ਹੀ ਕਲਪਾਂ ਦੇ ਦੁੱਖ ਸਾਡੀ ਜ਼ਿੰਦਗੀ ਦੇ ਅੰਦਰ ਜੇ ਇਕੱਠੇ ਹੋਏ ਹੋਣ, ਸਾਡੇ ਅੰਦਰ ਵਾਹਿਗੁਰੂ ਜੀ ਦਾ ਨਾਮ ਦ੍ਰਿੜ ਹੋ ਜਾਏ, ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਦਾ ਨਾਮ ਸਾਡੇ ਅੰਦਰ ਵਸ ਜਾਏ, ਦ੍ਰਿੜ ਹੋ ਜਾਏ। ਇੱਕ ਤੇ ਹੈ ਮੁਖ ਤੋਂ ਵਾਹਿਗੁਰੂ ਜੀ ਨੂੰ ਚੇਤੇ ਕਰਨਾ, ਇਹ ਪਹਿਲਾ ਪੜਾਅ ਹੈ, ਭਾਗਾਂ ਵਾਲੇ ਕਰਦੇ ਨੇ। ਲੇਕਿਨ ਮੁਖ ਤੋਂ ਜਪਦਿਆਂ ਜਪਦਿਆਂ ਸਾਡੀ ਸੁਰਤ ਵਿੱਚ ਹੀ ਟਿਕ ਜਾਏ, ਅਸੀਂ ਬੋਲੀਏ ਨਾ ਲੇਕਿਨ ਅੰਦਰ ਵਾਹਿਗੁਰੂ ਦਾ ਪਿਆਰ ਵਸਿਆ ਰਹੇ। ਸਾਡੇ ਜੀਵਨ ਦੇ ਅੰਦਰ, ਸੰਸਕਾਰ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ, ਸਾਡੇ ਹਰ ਕਰਮ ਵਿੱਚੋਂ ਰੱਬ ਦੀ ਬੰਦਗੀ ਪ੍ਰਗਟ ਹੋਏ। ਗੁਰਬਾਣੀ ਕਹਿੰਦੀ ਮਨ ਬਚ ਕਰਮ ਕਰਕੇ ਅਸੀਂ ਪ੍ਰਮਾਤਮਾ ਦੇ ਪਿਆਰ ਜੋੜਨੇ, ਬਚਨਾ ਕਰਕੇ ਉਹਨੂੰ ਚੇਤੇ ਕਰਦੇ ਹਾਂ, ਬਹੁਤ ਉੱਤਮ ਗੱਲ ਹੈ। ਪਰ ਅਸੀਂ ਜੋ ਕਰਮ ਕਰਦੇ ਹਾਂ ਨਾ, ਸਾਡੇ ਕਰਮ ਨੂੰ ਦੇਖ ਕੇ ਕੋਈ ਇਹ ਕਹੇ ਕਿ ਇਹ ਬੰਦਾ ਤਾਂ ਰੱਬ ਦਾ ਪਿਆਰਾ ਹੈ, ਸਾਡੇ ਕਰਮ ਤੋਂ ਪ੍ਰਗਟ ਹੋਏ, ਬੋਲਣਾ ਨਾ ਪਏ, ਸਾਡਾ ਕੰਮ ਦੱਸੇ ਕਿ ਇਹ ਬੰਦਾ ਰੱਬ ਦਾ ਪਿਆਰਾ ਹੈ। ਕਈ ਵਾਰੀ ਮੁਖ ਤੋਂ ਬੋਲਦੇ ਆ ਪਰ ਕੰਮ ਸਾਡੇ ਉਦੋਂ ਵਿਰੋਧ ਹੁੰਦੇ ਨੇ। ਇਸ ਕਰਕੇ ਇੱਕ ਹੈ ਕਰਮਾਂ ਕਰਕੇ, ਭਾਵ ਹਮੇਸ਼ਾ ਪਰਉਪਕਾਰ ਦੇ ਕਾਰਜ ਕਰਨੇ, ਕਿਸੇ ਦੇ ਨਾਲ ਧੱਕਾ ਨਾ ਕਰਨਾ, ਕਿਸੇ ਨਾਲ ਝੂਠ ਨਾ ਬੋਲਣਾ, ਕਿਸੇ ਦਾ ਹੱਕ ਨਾ ਮਾਰਨਾ, ਔਰ ਦੁਖੀਆਂ ਦਰਦਮੰਦਾਂ ਦੀ ਮਦਦ ਕਰਨੀ। ਇਹ ਹੈ ਕਰਮ ਕਰਕੇ ਰੱਬ ਦੀ ਬੰਦਗੀ। ਔਰ ਇਸੇ ਤਰੀਕੇ ਦੇ ਨਾਲ ਮਨ ਬਚ ਕਰਮ, ਮਨ ਕਰਕੇ ਹਮੇਸ਼ਾ ਉਹ ਪ੍ਰਮਾਤਮਾ ਦੀ ਯਾਦ, ਪ੍ਰਮਾਤਮਾ ਦਾ ਪਿਆਰ ਸਾਡੇ ਅੰਦਰ ਵਸਿਆ ਰਹੇ। ਜਦੋਂ ਸਾਡੇ ਅੰਦਰ ਪ੍ਰਮਾਤਮਾ ਦਾ ਪਿਆਰ ਦ੍ਰਿੜ ਹੋ ਗਿਆ, ਉਹ ਪ੍ਰਮਾਤਮਾ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਉਹਦਾ ਪਿਆਰ ਜਦੋਂ ਸਾਡੇ ਅੰਦਰ ਵਸ ਗਿਆ ਤੇ ਕਰੋੜਾਂ ਕਲਪਾਂ ਦੇ ਦੁੱਖ ਜਿਹੜੇ ਨੇ ਖਤਮ ਹੋ ਜਾਂਦੇ ਨੇ। ਇੱਕ ਜ਼ਿੰਦਗੀ ਦੇ ਦੁੱਖ ਨਹੀਂ, ਕਰੋੜਾਂ ਕਲਪਾਂ ਦੇ, ਭਾਵ ਇੰਨੇ ਲੰਮੇ ਸਮੇਂ ਦੇ ਦੁੱਖ ਜਿਹੜੇ ਨੇ ਉਹ ਮਿਟ ਜਾਂਦੇ ਨੇ। ਨਬੇਰਾ, ਨਵੇਰਾ ਦਾ ਅਰਥ ਹੈ ਕਿ ਮਨੁੱਖ ਦੀ ਜ਼ਿੰਦਗੀ ਦੇ ਅੰਦਰੋਂ ਆਉਣ ਜਾਣ ਦਾ ਗੇੜ ਹੀ ਖਤਮ ਹੋ ਜਾਂਦਾ ਹੈ, ਭਰਮ ਭਟਕਣਾ ਮੁੱਕ ਜਾਂਦੀ ਹੈ। ਪਰ ਕਦੋਂ? ਜਦੋਂ ਉਹ ਵਾਹਿਗੁਰੂ ਜੀ ਦਾ ਪਿਆਰ ਸਾਡੇ ਅੰਦਰ ਵਸ ਜਾਏ। ਗੁਰੂ ਅਰਜਨ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਕਿ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਰੱਖ ਲਓ, ਉਹਦੇ ਵਿੱਚ ਥੋੜੀ ਕੁ ਅੱਗ ਰੱਖ ਦਿਓ, ਉਹ ਥੋੜੀ ਜੀ ਅੱਗ ਸਾਰੀਆਂ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਵੇਂ ਜ਼ਿੰਦਗੀ ਅੰਦਰ ਅਸੀਂ ਅਨੇਕਾਂ ਔਗਣ ਕਰਦੇ ਹਾਂ, ਪਰ ਸਾਡੇ ਅੰਦਰ ਕਿਤੇ ਖਿਣ ਮਾਤਰ ਸਮੇਂ ਲਈ ਵੀ ਵਾਹਿਗੁਰੂ ਜੀ ਦਾ ਪਿਆਰ ਵਸ ਜਾਏ। ਉਹ ਥੋੜੇ ਤੋਂ ਥੋੜੇ ਸਮੇਂ 'ਚ ਵੀ ਜਿਹੜਾ ਅਸੀਂ ਮਨ ਕਰਕੇ ਵਾਹਿਗੁਰੂ ਜੀ ਦੇ ਪਿਆਰ ਜੁੜਦੇ ਹਾਂ, ਉਹ ਸਾਰੇ ਦੁੱਖਾਂ ਨੂੰ ਦਗਦ ਕਰ ਦਿੰਦਾ ਹੈ। ਗੁਰੂ ਕੇ ਪਾਵਨ ਬਚਨ ਕੇ ਈਂਧਣ ਕੀਤੋ ਮੂੰਹ ਘਣਾ, ਭੋਰੀ ਦਿੱਤੀਅਮ ਭਾਏ, ਮਨ ਮਸੰਦੜੋ ਸੱਚ ਸਹੋ ਨਾਨਕ ਹੱਬੇ ਡੁਖੜੇ ਅਲਾਹੇ। ਸਾਹਿਬ ਜੀ ਕਹਿੰਦੇ ਈਂਧਣ ਦਾ ਅਰਥ ਹੁੰਦਾ ਬਾਲਣ, ਲੱਕੜਾਂ ਕਹਿ ਲਓ, ਹੋਰ ਬਲਣ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਨੇ ਬੇਅੰਤ ਇਕੱਠੀਆਂ ਕਰ ਲਓ। ਭੋਰੀ ਦਾ ਅਰਥ ਹੈ ਕਿ ਥੋੜੀ ਜੀ ਭੋਰਾ ਭਾਏ ਮੈਣਾ ਅੱਗ, ਉਹਦੇ ਚ ਭੋਰਾ ਕੁ ਅੱਗ ਰੱਖ ਦਿਓ, ਬਸ ਉਹ ਭੋਰਾ ਕੁ ਅੱਗ ਸਾਰੀਆਂ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਵੇਂ ਅਸੀਂ ਜ਼ਿੰਦਗੀ 'ਚ ਐਵੇਂ ਥੋੜਾ ਕੁ ਚਿਰ ਵੀ ਵਾਹਿਗੁਰੂ ਜੀ ਦੇ ਪਿਆਰ ਜੁੜ ਜਾਈਏ, ਜੁੜੀਏ ਉਹਦੇ ਪਿਆਰ 'ਚ, ਮਨ ਕਰਕੇ ਜੁੜ ਜਾਈਏ। ਗੁਰਬਾਣੀ ਕਹਿੰਦੀ ਏਕ ਚਿਤ ਜਿਨ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਨੇ ਇੱਕ ਛਿਨ ਭਰ ਸਮੇਂ ਲਈ ਵੀ ਉਸ ਵਾਹਿਗੁਰੂ ਜੀ ਨੂੰ ਚੇਤੇ ਕੀਤਾ ਨਾ, ਉਹਦੀ ਕਾਲ ਦੀ ਫਾਹੀ ਕੱਟੀ ਗਈ। ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਉਹ ਵਾਹਿਗੁਰੂ ਜੀ ਦਾ ਨਾਮ ਜਿਸ ਮਨੁੱਖ ਦੇ ਅੰਦਰ ਦ੍ਰਿੜ ਹੋ ਜਾਏ, ਵਸ ਜਾਏ, ਉਹ ਤੇ ਕਰੋੜਾਂ ਕਲਪਾਂ ਦੇ ਦੁੱਖ ਦੂਰ ਕਰ ਦਿੰਦਾ ਹੈ। ਵਾਹਿਗੁਰੂ ਜੀ ਦਾ ਨਾਮ ਮਨੁੱਖ ਦੀ ਜ਼ਿੰਦਗੀ ਚੋਂ ਨਿਬੇੜਾ, ਆਉਣ ਜਾਣ ਦਾ ਗੇੜ ਹੀ ਖਤਮ ਹੋ ਜਾਂਦਾ ਹੈ, ਦੁੱਖਾਂ ਦੀ ਗੱਲ ਖਤਮ ਹੋ ਜਾਂਦੀ ਹੈ। ਪਰ ਕਦੋਂ? ਜਦੋਂ ਵਾਹਿਗੁਰੂ ਜੀ ਦੇ ਪਿਆਰ ਜੁੜ ਜਾਏ ਮਨੁੱਖ। ਵਾਹਿ ਰਹਾਉ ਕ੍ਰੋਧ ਨਿਵਾਰ ਜਲੇ ਹੋ ਮਮਤਾ, ਪ੍ਰੇਮ ਸਦਾ ਨਉ ਰੰਗੀ। ਜਿਸ ਮਨੁੱਖ ਦੇ ਅੰਦਰ ਵਾਹਿਗੁਰੂ ਜੀ ਦਾ ਪਿਆਰ ਦ੍ਰਿੜ ਹੋ ਜਾਏ, ਉੱਥੋਂ ਕ੍ਰੋਧ ਖਤਮ ਹੋ ਜਾਂਦਾ ਹੈ।
ਕ੍ਰੋਧ ਕਦੋਂ ਹੁੰਦਾ ਹੈ? ਜਦੋਂ ਸਾਡੇ ਅੰਦਰ ਹੰਕਾਰ ਹੁੰਦਾ ਹੈ ਕਿ ਮੈਂ ਬੜਾ ਵੱਡਾ ਹਾਂ, ਮੇਰੀ ਬੇਇੱਜ਼ਤੀ ਕੀਤੀ ਹੈ, ਮੇਰਾ ਕਹਿਣਾ ਨਹੀਂ ਮੰਨਿਆ, ਅਸੀਂ ਝਾਟੀ ਗੁੱਸੇ 'ਚ ਆ ਜਾਂਦੇ ਹਾਂ। ਉਹ ਹੰਕਾਰ ਦੇ ਵਿੱਚੋਂ ਕ੍ਰੋਧ ਪੈਦਾ ਹੁੰਦਾ ਹੈ। ਜਿੱਥੇ ਹੰਕਾਰ ਆਏਗਾ ਨਾ, ਬਾਕੀ ਵਿਕਾਰ ਆਪਣੇ ਆਪ ਹੀ ਆਈ ਚਲੇ ਜਾਣਗੇ। ਉੱਥੇ ਹੰਕਾਰ ਆਏਗਾ, ਸਭ ਕੁਝ ਆ ਜਾਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕ੍ਰੋਧ ਨਿਵਾਰ ਜਲੇ ਹਉ ਮਮਤਾ। ਜਦੋਂ ਵਾਹਿਗੁਰੂ ਜੀ ਦਾ ਪਿਆਰ ਹਿਰਦੇ 'ਚ ਵਸ ਗਿਆ, ਉਹ ਪਿਆਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਪ੍ਰੇਮ ਸਦਾ ਨੌ ਰੰਗੀ। ਨੌ ਰੰਗੀ ਦਾ ਅਰਥ ਕਿ ਨਵਾਂ ਰੰਗ ਵਾਲਾ, ਨਿਤ ਨਵਾਂ। ਵਾਹਿਗੁਰੂ ਜੀ ਦਾ ਪਿਆਰ ਜਿਹੜਾ ਨਿਤ ਨਵਾਂ ਹੀ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਨਵੀਂ ਨਵੀਂ ਰਿਸ਼ਤੇਦਾਰੀ ਬਣੇ ਨਾ, ਕਿਤੇ ਕਿਸੇ ਨਾਲ ਦੋਸਤੀ ਪੈ ਜੇ, ਕਿੰਨਾ ਚਾਅ ਹੁੰਦਾ ਹੈ। ਪਰ ਜਿਉਂ-ਜਿਉਂ ਸਮਾਂ ਲੰਘਦਾ ਹੈ, ਉਹ ਚਾਅ ਮੱਧਮ ਪੈਂਦਾ ਜਾਂਦਾ ਹੈ, ਔਰ ਕਈ ਵਾਰੀ ਤੇ ਉਹ ਚਾਅ ਖਤਮ ਹੋ ਜਾਂਦਾ ਹੈ। ਚਾਅ ਖਤਮ ਹੋਣ ਤੋਂ ਬਾਅਦ ਕਈ ਵਾਰੀ ਤੇ ਦੁਸ਼ਮਣੀਆਂ ਬਣ ਜਾਂਦੀਆਂ ਨੇ। ਇਹ ਦੁਨਿਆਵੀ ਰੀਤ ਹੈ। ਲੇਕਿਨ ਪਰਮਾਤਮਾ ਦਾ ਪਿਆਰ ਨਿਤ ਨਵਾਂ ਹੀ ਹੈ। ਤੁਸੀਂ ਉਹਦੇ ਨਾਲ ਪਿਆਰ ਪਾ ਲਓ, ਵਾਹਿਗੁਰੂ ਨਿਤ ਤੁਹਾਨੂੰ ਇਵੇਂ ਪਿਆਰ ਕਰੇ ਜਿਵੇਂ ਨਵਾਂ ਹੀ ਪਿਆਰ ਹੁੰਦਾ। ਚਾਹ ਦੇ ਨਾਲ ਪਿਆਰ ਕਰੇਗਾ ਉਹ ਵਾਹਿਗੁਰੂ ਜੀ, ਜਿਹਦਾ ਪਿਆਰ ਨਿਤ ਨਵਾਂ ਹੈ। ਇਹ ਕਹਿੰਦੇ ਜਿਸ ਮਨੁੱਖ ਦੇ ਅੰਦਰ ਉਸ ਵਾਹਿਗੁਰੂ ਜੀ ਦਾ ਪਿਆਰ ਵਸ ਗਿਆ, ਕ੍ਰੋਧ ਨਿਵਾਰ ਜਲੇ ਹਉ ਮਮਤਾ। ਉਸ ਮਨੁੱਖ ਦੇ ਅੰਦਰੋਂ ਕ੍ਰੋਧ ਖਤਮ ਹੋ ਗਿਆ, ਉਹਦੇ ਅੰਦਰੋਂ ਮਮਤਾ ਸੜ ਗਈ। ਮਮਤਾ ਦਾ ਅਰਥ ਕੀ ਹੈ? ਪਕੜ। ਇਹ ਘਰ ਮੇਰਾ ਹੈ, ਪਰਿਵਾਰ ਮੇਰਾ ਹੈ, ਇਹ ਮਾਇਆ ਮੇਰੀ ਹੈ, ਧਨ ਮੇਰੀ। ਆ ਜਿਹੜਾ ਮੈਂ ਕਰਦੇ ਨੂੰ ਮਮਤਾ। ਦੁਨੀਆ ਦੀ ਚੀਜ਼ ਮਾੜੀ ਕੋਈ ਨਹੀਂ ਹੈ, ਲੇਕਿਨ ਜਿਹੜੀ ਸਾਡੀ ਉਹਨਾਂ ਦੇ ਪ੍ਰਤੀ ਮਮਤਾ ਹੈ ਨਾ, ਉਹ ਮਾੜੀ ਹੈ। ਗੁਰਬਾਣੀ ਕਹਿੰਦੀ ਹੈ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ। ਮਾਇਆ ਦੀ ਜਿਹੜੀ ਮਮਤਾ ਹੈ ਨਾ, ਉਹਨੇ ਬਿਨਾਂ ਦੰਦਾਂ ਤੋਂ ਜਗਤ ਨੂੰ ਖਾ ਲਿਆ। ਮਮਤਾ ਨੇ। ਜੇ ਪ੍ਰਾਣੀ ਮਮਤਾ ਤਜੀ, ਜਿਸ ਮਨੁੱਖ ਨੇ ਆਪਣੇ ਅੰਦਰੋਂ ਮਮਤਾ ਨੂੰ ਤਿਆਗ ਦਿੱਤਾ, ਉਹ ਮੁਕਤ ਮਨੁੱਖ ਹੈ। ਇਸ ਕਰਕੇ ਕਿਤੇ ਸਤਿਗੁਰੂ ਜੀ ਨੇ ਨਹੀਂ ਕਿਹਾ ਕਿ ਕੰਮਕਾਰ ਛੱਡਣਾ ਹੈ ਜਾਂ ਦੁਨਿਆਵੀ ਧਨ ਦੌਲਤ ਤਿਆਗਣਾ ਹੈ। ਸਾਹਿਬ ਜੀ ਕਹਿੰਦੇ ਜਦੋਂ ਵਾਹਿਗੁਰੂ ਜੀ ਦੇ ਪਿਆਰ ਜੁੜੇ, ਜੋ ਵਾਹਿਗੁਰੂ ਜੀ ਦਾ ਪਿਆਰ ਨਿਤ ਨਵਾਂ ਰਹਿਣ ਵਾਲਾ ਹੈ, ਤੇ ਉਸ ਪਿਆਰ ਸਦਕਾ ਅੰਦਰੋਂ ਕ੍ਰੋਧ ਮਿਟ ਗਿਆ, ਸਾਡੇ ਅੰਦਰੋਂ ਮਮਤਾ ਪਕੜ ਮਿਟ ਗਈ। ਹੁਣ ਤੇ ਇਵੇਂ ਲੱਗਦਾ ਕਿ ਸਭ ਕੁਝ ਹੀ ਪਰਮਾਤਮਾ ਦਾ ਹੈ। ਪਹਿਲਾਂ ਇਵੇਂ ਸੀ ਕਿ ਮੇਰਾ ਹੀ ਸਭ ਕੁਝ ਹੈ। ਹਉ ਬੰਦੋਂ ਹੋ ਸਾਧੂ ਬੈਰ, ਹਮਰੀ ਭੂਮ ਕੌਣ ਘਾਲੇ ਪੈਰ। ਪਹਿਲਾਂ ਮਨੁੱਖ ਮੈਂ ਹੀ ਕਰਦਾ ਸੀ। ਹੁਣ ਜਦੋਂ ਵਾਹਿਗੁਰੂ ਜੀ ਦਾ ਪਿਆਰ ਅੰਦਰ ਵਸ ਗਿਆ, ਹੁਣ ਜਿੱਧਰ ਦੇਖਦੇ ਸਭ ਕੁਝ ਪਰਮਾਤਮਾ ਦਾ ਨਜ਼ਰ ਆਉਂਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਇਸ ਕਰਕੇ ਸਾਹਿਬ ਕਹਿੰਦੇ ਅੰਦਰੋਂ ਮਮਤਾ ਖਤਮ ਹੋ ਗਈ, ਸੜ ਗਈ। ਵਾਹਿਗੁਰੂ ਜੀ ਦਾ ਪਿਆਰ ਸਦਾ ਕਾਇਮ ਰਹਿਣ ਵਾਲਾ ਅੰਦਰ ਵਸ ਗਿਆ। ਅਨ ਭਾਉ ਬਿਸਰ ਗਏ ਪ੍ਰਭ ਜਾਚਿਆ, ਹਰ ਨਿਰਮਾਇਲ ਸੰਗੀ। ਜਦੋਂ ਵਾਹਿਗੁਰੂ ਜੀ ਦੇ ਦਰ ਤੋਂ ਕੇਵਲ ਉਹਦਾ ਪਿਆਰ ਮੰਗਿਆ, ਪ੍ਰਭ ਜਾਚਿਆ, ਜਦੋਂ ਵਾਹਿਗੁਰੂ ਜੀ ਦਾ ਪਿਆਰ ਮੰਗਿਆ, ਹੋਇਆ ਕਿ ਉਦੋਂ ਅਨ ਭਾਉ ਬਿਸਰ ਗਏ। ਭਾਉ ਦਾ ਅਰਥ ਹੁੰਦਾ ਡਰ, ਅਨ ਭਾਉ ਦਾ ਅਰਥ ਹੈ ਕਿ ਜਿਹੜਾ ਇਧਰ ਉਧਰ ਦਾ ਡਰ ਹੈ, ਕਿਸੇ ਆਪਣੇ ਤੋਂ ਤਗੜੇ ਦਾ ਡਰ, ਕਿਤੇ ਮੌਤ ਦਾ ਡਰ, ਕਈ ਤਰ੍ਹਾਂ ਦੇ ਡਰ ਸਾਡੇ ਅੰਦਰ ਨੇ। ਸਾਰੀ ਦੁਨੀਆ ਹੀ ਡਰੀ ਬੈਠੀ ਹੈ। ਮਨੁੱਖ ਦੀ ਗੱਲ ਤਾਂ ਆਮ ਹੈ, ਆਪਾਂ ਦੇਖਦੇ ਵੱਡੇ ਵੱਡੇ ਡਰੇ ਬੈਠੇ ਨੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਸੂਰਜ ਚੰਦਰਮਾ ਵੀ ਡਰ ਦੇ ਵਿੱਚ ਚੱਲ ਰਹੇ ਨੇ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਜਿੱਧਰ ਵੀ ਨਜ਼ਰ ਮਾਰੋਗੇ ਨਾ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ। ਇਹ ਸਾਰਾ ਆਕਾਰ ਹੀ ਡਰ ਦੇ ਵਿੱਚ ਹੈ, ਸਾਰੀ ਦੁਨੀਆ ਹੀ ਡਰ ਦੇ ਵਿੱਚ। ਕੇਵਲ ਪ੍ਰਮਾਤਮਾ ਡਰ ਤੋਂ ਰਹਿਤ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਸਗਲਿਆਂ ਭਾਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਹਰ ਮਨੁੱਖ ਦੇ ਮੱਥੇ ਤੇ ਪ੍ਰਮਾਤਮਾ ਨੇ ਭਉ ਦਾ ਲੇਖ ਲਿਖ ਦਿੱਤਾ ਹੈ। ਕੇਵਲ ਪ੍ਰਮਾਤਮਾ ਨਿਰਭਉ ਹੈ। ਜਦੋਂ ਉਸ ਪ੍ਰਮਾਤਮਾ ਦਾ ਪਿਆਰ ਮੰਗਿਆ, ਉਹਦੇ ਨਾਮ ਦੀ ਜਾਚਨਾ ਕੀਤੀ, ਉਦੋਂ ਅਨਭਉ ਬਿਸਰ ਗਏ ਪ੍ਰਭ ਜਾਚਿਆ। ਅੰਦਰੋਂ ਇਧਰ ਉਧਰ ਦਾ ਡਰ ਮਿਟ ਗਿਆ। ਹਰ ਨਿਰਮਾਇਲ ਸੰਗੀ, ਤੇ ਫਿਰ ਹਮੇਸ਼ਾ ਮੈਨੂੰ ਉਹ ਪ੍ਰਮਾਤਮਾ ਜਿਹੜਾ ਬੜਾ ਪਵਿੱਤਰ ਹੈ, ਨਿਰਮਾਇਲ ਮੈਨਾ ਮੈਲ ਤੋਂ ਰਹਿਤ, ਬੜਾ ਪਵਿੱਤਰ ਜਿਹੜਾ ਪ੍ਰਮਾਤਮਾ ਹੈ ਨਾ, ਉਹ ਮੈਨੂੰ ਆਪਣੇ ਸੰਗੀ ਸਾਥੀ ਨਜ਼ਰ ਆਉਣ ਲੱਗ ਪਿਆ। ਪਹਿਲਾਂ ਦੁਨੀਆ ਤੋਂ ਡਰ ਲੱਗਦਾ ਸੀ, ਹੁਣ ਦੁਨੀਆ ਦਾ ਡਰ ਮਿਟ ਗਿਆ। ਹੁਣ ਤੇ ਮੈਂ ਜਿੱਧਰ ਦੇਖਦਾ ਉਹ ਪ੍ਰਮਾਤਮਾ ਸਦਾ ਅੰਗ ਸੰਗੇ ਅਪੰਗੰ ਬੇਪੂਤੇ। ਜਦੋਂ ਮੇਰਾ ਪ੍ਰਮਾਤਮਾ ਮੇਰੇ ਨਾਲ ਹੈ ਤੇ ਮੈਨੂੰ ਕਿਸ ਦਾ ਡਰ ਹੈ? ਗੁਰਬਾਣੀ ਕਹਿੰਦੀ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਜਿਹਦੇ ਸਿਰ ਤੇ ਪ੍ਰਮਾਤਮਾ, ਉਹਨੂੰ ਦੁੱਖ ਕਾਹਦਾ, ਉਹਨੂੰ ਡਰ ਕਾਹਦਾ? ਪ੍ਰਮਾਤਮਾ ਤੇ ਸਾਰਿਆਂ ਦੇ ਸਿਰ ਤੇ ਹੈ।
ਲੇਕਿਨ ਸਾਰੇ ਸਮਝਦੇ ਨਹੀਂ ਹੈ। ਪਰਮਾਤਮਾ ਸਾਰਿਆਂ ਦੇ ਨਾਲ ਹੈ, ਪਰ ਸਾਰਿਆਂ ਨੂੰ ਇਹ ਯਕੀਨ ਨਹੀਂ ਹੈ, ਭਰੋਸਾ ਨਹੀਂ ਹੈ, ਸੋਝੀ ਨਹੀਂ ਹੈ। ਜਦੋਂ ਅਸੀਂ ਗੁਰੂ ਕੋਲ ਆਉਂਦੇ ਆ, ਗੁਰੂ ਸਾਨੂੰ ਇਹੀ ਤਾਂ ਗਿਆਨ ਦਿੰਦੇ ਨੇ, ਪਰਮਾਤਮਾ ਤੇਰੇ ਨਾਲ ਹੈ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਸਾਜਨੜਾ, ਜਾਨੀਆੜਾ ਹਰ ਜਾਨੀਆੜਾ, ਨੈਣ ਅਲੋਏੜਾ ਜਾਨੀਆੜਾ। ਉਹ ਪਰਮਾਤਮਾ ਤੇਰੇ ਨੇੜੇ ਹੈ ਭਾਈ, ਸਦਾ ਅੰਗ ਸੰਗ ਹੈ ਤੇਰੇ। ਪਰ ਮਨੁੱਖ ਕਹਿੰਦਾ ਸਤਿਗੁਰੂ ਜੀ ਮੈਨੂੰ ਨਹੀਂ ਨਜ਼ਰ ਆਉਂਦਾ। ਤੁਸੀਂ ਕਹਿੰਦੇ ਅੰਗ ਸੰਗ ਹੈ, ਸਤਿਗੁਰੂ ਜੀ ਕਹਿੰਦੇ ਤੈਨੂੰ ਨਜ਼ਰ ਆਵੇਗਾ ਕਿਵੇਂ? ਤੂੰ ਤੇ ਮਾਇਆ ਮਦ ਮਾਤਾ ਹੋਛੀ ਬਾਤਾ, ਮਿਲਣ ਨਾ ਜਾਈ ਭਰਮ ਤੜਾ। ਤੂੰ ਤੇ ਮਾਇਆ ਦੀ ਮਸਤੀ ਚ ਤੁਰਿਆ ਫਿਰਦਾ। ਜਿੰਨਾ ਚਿਰ ਮਾਇਆ ਦੀ ਮਸਤੀ ਚ ਰਵਾਂਗੇ ਡਰ ਬਣਿਆ ਰਹੇਗਾ, ਮਾਇਆ ਚਲੀ ਨਾ ਜਾਏ, ਇਹ ਰੁਤਬਾ ਚਲਿਆ ਨਾ ਜਾਏ। ਲੋਕੀ ਮੇਰੇ ਨਾਲ ਜੁੜੇ ਨੇ, ਟੁੱਟ ਨਾ ਜਾਣ। ਕਈ ਤਰ੍ਹਾਂ ਦੇ ਡਰ ਨੇ ਮਨੁੱਖ ਦੀ ਜ਼ਿੰਦਗੀ ਅੰਦਰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੁਣ ਜਦੋਂ ਵਾਹਿਗੁਰੂ ਜੀ ਦੇ ਨਾਮ ਦੀ ਜਾਚਨਾ ਕੀਤੀ, ਉਹਦੇ ਪਿਆਰ ਦੀ ਜਾਚਨਾ ਕੀਤੀ, ਇਹਦੇ ਅੰਦਰੋਂ ਅੰਨ ਪਾਓ, ਹੋਰ ਹਰ ਤਰ੍ਹਾਂ ਦਾ ਡਰ ਮਿਟ ਗਿਆ। ਕਿਉਂਕਿ ਹਰ ਵੇਲੇ ਮੈਨੂੰ ਉਹ ਪਰਮ ਪਵਿੱਤਰ ਪਰਮਾਤਮਾ ਮੇਰਾ ਸੰਗੀ ਨਜ਼ਰ ਆਉਂਦਾ ਹੈ। ਤੇ ਚੰਚਲ ਮਤ ਤਿਆਗ ਭਉ ਭੰਜਨ ਪਾਇਆ, ਏਕ ਸ਼ਬਦ ਲਿਵ ਲਾਗੀ। ਮੇਰਾ ਮਨ ਮਨੁੱਖ ਦਾ ਚੰਚਲ ਬੜਾ ਹੈ। ਗੁਰਬਾਣੀ ਚ ਮਨ ਨੂੰ ਕਿਤੇ ਸੱਪ ਨਾਲ, ਕਿਤੇ ਬਾਂਦਰ ਦੇ ਨਾਲ, ਕਿਤੇ ਭੌਰੇ ਦੇ ਨਾਲ, ਕਿਤੇ ਬਾਲਕ ਦੇ ਨਾਲ ਤੁਲਨਾ ਦਿੱਤੀ ਹੈ, ਕਿਤੇ ਪਾਰੇ ਦੇ ਨਾਲ ਤੁਲਨਾ ਦਿੱਤੀ ਹੈ ਕਿ ਮਨ ਪਾਰੇ ਵਰਗਾ ਹੈ, ਇਹ ਟਿਕਦਾ ਹੀ ਨਹੀਂ ਹੈ। ਮਨ ਬਾਂਦਰ ਵਰਗਾ ਹੈ, ਇਹ ਕਦੀ ਟਿਕਦਾ ਹੀ ਨਹੀਂ ਹੈ। ਇਸੇ ਤਰੀਕੇ ਨਾਲ ਹੋਰ ਕਈ ਨਾਮ ਵਰਤ ਕੇ ਮਨ ਦੀ ਜੋ ਅਵਸਥਾ ਹੈ ਉਹ ਸਮਝਾਉਣ ਦਾ ਯਤਨ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਸਾਹਿਬ ਕਹਿੰਦੇ ਸਾਡਾ ਇਹ ਜਿਹੜਾ ਮਨ ਚੰਚਲ ਹੈ ਨਾ, ਇਹ ਜਦੋਂ ਅਸੀਂ ਚੰਚਲ ਮਤ ਤਿਆਗਾਂਗੇ ਨਾ, ਚੰਚਲ ਮਤ ਤਿਆਗ ਪਉ ਪੰਜਨ ਪਾਇਆ, ਏਕ ਸ਼ਬਦ ਲਿਵ ਲਾਗੀ। ਜਦੋਂ ਗੁਰੂ ਸਾਹਿਬ ਜੀ ਕੋਲ ਆਏ, ਗੁਰੂ ਕੇ ਇੱਕ ਸ਼ਬਦ ਰਾਹੀਂ ਪਰਮਾਤਮਾ ਵਾਲੇ ਬੰਨੇ ਸਾਡੀ ਸੁਰਤ ਲੱਗ ਗਈ, ਲਿਵ ਲੱਗ ਗਈ। ਉਦੋਂ ਸਾਡੀ ਚੰਚਲ ਮਤ ਜਿਹੜੀ ਸੀ ਉਹ ਮਿਟਣੀ ਸ਼ੁਰੂ ਹੋ ਗਈ। ਦੇਖੋ ਸਾਡਾ ਮਨ ਜਿਸ ਬੰਨੇ ਲੱਗੇਗਾ ਉਹ ਜਿਹਾ ਇਹਦਾ ਸੁਭਾਅ ਬਣ ਜਾਏਗਾ। ਹੁਣ ਮਾਇਆ ਮਨ ਜਿਹੜਾ ਮਾਇਆ ਵਾਲੇ ਬੰਨੇ ਲੱਗਦਾ ਹੈ, ਤੇ ਮਾਇਆ ਹੈ ਹੀ ਚੰਚਲ ਹੈ। ਮਾਇਆ ਤੇ ਕਦੀ ਟਿਕਦੀ ਨਹੀਂ, ਇੱਕ ਥਾਂ ਤੇ ਰਹਿੰਦੀ ਨਹੀਂ ਹੈ। ਹੁਣ ਇੱਥੇ ਹੈ, ਘੜੀ ਨੂੰ ਕਿਤੇ ਚਲ ਜਾਏਗੀ, ਕਈ ਰੰਗ ਬਦਲਦੀ ਹੈ ਮਾਇਆ। ਜੇ ਮਾਇਆ ਚੰਚਲ ਹੈ ਤੇ ਮਨੁੱਖ ਦਾ ਮਨ ਵੀ ਚੰਚਲ ਬਣ ਜਾਂਦਾ ਹੈ, ਉਹ ਜਿਹੀ ਮਾਇਆ ਵਰਗਾ ਬਣ ਜਾਂਦਾ, ਇਹ ਵੀ ਟਿਕਦਾ ਨਹੀਂ। ਪਰ ਜਦੋਂ ਅਸੀਂ ਗੁਰੂ ਕੇ ਸ਼ਬਦ ਨਾਲ ਜੁੜਦੇ ਹਾਂ, ਗੁਰੂ ਕਾ ਸ਼ਬਦ ਨਿਰੋਲ ਸਾਨੂੰ ਇੱਕ ਪਰਮਾਤਮਾ ਦਾ ਹੀ ਗਿਆਨ ਦਿੰਦਾ ਹੈ, ਪਰਮਾਤਮਾ ਦੇ ਪਿਆਰ ਜੁੜਨ ਦੀ ਹੀ ਪ੍ਰੇਰਣਾ ਕਰਦਾ ਹੈ। ਜਦੋਂ ਇੱਕ ਸ਼ਬਦ ਲਿਵ ਲੱਗੀ, ਇੱਕ ਗੁਰੂ ਕੇ ਸ਼ਬਦ ਰਾਹੀਂ ਪਰਮਾਤਮਾ ਵਿੱਚ ਲਿਵ ਲੱਗ ਗਈ, ਇੱਕ ਵਾਹਿਗੁਰੂ ਜੀ ਵਿੱਚ ਸੁਰਤ ਜੁੜ ਗਈ, ਉਦੋਂ ਚੰਚਲ ਮਤ ਤਿਆਗ ਭਉ ਭੰਜਨ ਪਾਇਆ। ਉਦੋਂ ਹਿਰਦੇ ਵਿੱਚ ਚੰਚਲ ਮਤ ਮਿਟ ਗਈ। ਤੇ ਚੰਚਲ ਮਤ ਨੂੰ ਤਿਆਗ ਕੇ ਭਉ ਭੰਜਨ, ਭੰਜਨ ਦਾ ਅਰਥ ਹੁੰਦਾ ਹੈ ਤੋੜਨ ਵਾਲਾ, ਭਉ ਮੇਣਾ ਡਰ। ਉਹ ਪਰਮਾਤਮਾ ਜਿਹੜਾ ਹਰ ਤਰ੍ਹਾਂ ਦੇ ਡਰਾਂ ਨੂੰ, ਦੁੱਖਾਂ ਨੂੰ ਕੱਟਣ ਵਾਲਾ ਹੈ ਨਾ, ਉਹ ਪਰਮਾਤਮਾ ਮਿਲਿਆ ਉਦੋਂ ਜਦੋਂ ਗੁਰੂ ਕੇ ਸ਼ਬਦ ਰਾਹੀਂ ਇੱਕ ਪਰਮਾਤਮਾ ਵਾਲੇ ਬੰਨੇ ਲਿਵ ਲੱਗੀ, ਸ਼ਬਦ ਨਾਲ ਜੁੜ ਕੇ ਚੰਚਲ ਮਤ ਤਿਆਗੀ, ਤੇ ਉਦੋਂ ਬਾਅਦ ਉਹ ਪਰਮਾਤਮਾ ਜਿਹੜਾ ਸਾਰੇ ਡਰ ਕੱਟਣ ਵਾਲਾ ਹੈ ਉਹ ਮੈਨੂੰ ਮਿਲ ਪਿਆ, ਉਹ ਮੇਰੇ ਹਿਰਦੇ ਚ ਵਸ ਗਿਆ। ਹਰ ਰਸ ਚਾਖ ਤ੍ਰਿਖਾ ਨਿਵਾਰੀ, ਹਰ ਮੇਲ ਲਏ ਵਡ ਭਾਗੀ। ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਜਦੋਂ ਹਰੀ ਦੇ ਰਸ ਨੂੰ ਚਖਿਆ ਨਾ, ਗੁਰੂ ਕੇ ਸ਼ਬਦ ਰਾਹੀਂ ਪਰਮਾਤਮਾ ਦੇ ਪਿਆਰ ਜੁੜੇ ਹਰ ਰਸ ਨੂੰ ਚਖਿਆ, ਸਾਰੀਆਂ ਹੀ ਭੁੱਖਾਂ ਮਿਟ ਗਈਆਂ, ਤ੍ਰਿਸ਼ਨਾ ਹੀ ਮੁੱਕ ਗਈ ਅੰਦਰ। ਪਹਿਲਾਂ ਮਨ ਦੀ ਹਮੇਸ਼ਾ ਭਟਕਣਾ ਸੀ, ਇਹ ਰੱਜਦਾ ਹੀ ਨਹੀਂ ਸੀ। ਦੁਨੀਆ ਦੇ ਰੰਗ ਤਮਾਸ਼ੇ ਦੇਖ ਕੇ, ਦੁਨੀਆ ਦੇ ਪਦਾਰਥ ਪ੍ਰਾਪਤ ਕਰਕੇ ਰੱਜਦਾ ਨਹੀਂ ਸੀ। ਪਰ ਹੁਣ ਜਦੋਂ ਹਰ ਰਸ ਨੂੰ ਚਖਿਆ, ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸਾਨੂੰ ਸੰਬੋਧਨ ਕਰਦਿਆਂ ਕਿ ਭਾਈ ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਭਲਿਆ ਤੂੰ ਬੜੇ ਰਸ ਚਖੇ, ਕਈ ਤਰ੍ਹਾਂ ਦੇ ਭੋਜਨ ਖਾਣੇ, ਰਸ ਮਾਣਦਾ, ਪਰ ਤੇਰੀ ਤਾਂ ਥੋੜੀ ਜਿਹੀ ਵੀ ਤ੍ਰਿਸ਼ਨਾ ਮੁੱਕੀ ਨਹੀਂ, ਤੂੰ ਤੇ ਰੱਜਦਾ ਹੀ ਨਹੀਂ। ਜਿੰਨਾ ਮਨੁੱਖ ਰਸ ਚੱਖ ਲੇ, ਖਾ ਲੇ, ਹੋਰ ਭਟਕਣਾ ਵੱਧਦੀ ਚਲੀ ਜਾਂਦੀ, ਭੁੱਖ ਵੱਧਦੀ ਚਲੀ ਜਾਂਦੀ ਹੈ। ਇਹ ਤ੍ਰਿਸ਼ਨਾ ਤਾਂ ਕਿਸੇ ਵਿਰਲੇ ਦੀ ਬੁੱਝਦੀ ਹੈ, ਪਰੇ ਤੋਂ ਪਰੇ ਵੱਧਦੀ ਚਲੀ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਬੰਦਿਆ ਆਨ ਰਸਾਂ ਜੇਤੇ ਤੈਂ ਚਾਖੇ,
निमख न तृष्णा तेरी लाथे, हर रस का तू चाखे साध, चाखत होए रहे बिस्माद। देख कई रस चखे ने पर तेरी ते थोड़ी जी भी तृष्णा मिटी नहीं, तेनू टका नहीं मिलिया। कदी हर रस नू तां चख के देख, वाहिगुरु जी दे नाम दे रस नू चखेगा ते बिस्माद में चले जाएगा। तेनू वो आनंद मिलेगा जिस आनंद नू बयान नहीं किया जा सकता। सतगुरु गुरु अमरदास जी का बचन है कि ए रसना तू अनरस राच रही, तेरी प्यास न जाए। प्यास न जाए होर किता जे चर हरस पल्ले न पाए। कह लगे ए रसना तू होर ना रसा च जुड़ी रहनी है, पर तेरी प्यास तो मुकदी नहीं है। उन्ना चिर नहीं मुकनी जिन्ना चिर तू हर रस नाल नहीं जुड़ेंगे। इस करके सतगुरु जी कहते जिस वेले गुरु के शब्द राई एक वाहिगुरु जी विच लिव लगी, चंचल मत मिटी, मन नूं फिर नाम दा रस आउण लगा। देखो असीं मुख तो वाहिगुरु जपदे आ, रस ते भागां वालियां नूं आउंदा है, क्योंकि मुख तो जपदे अंदर मन दी ते उदां ही चंचल मत बनी पई। मन तां उवें ही जिहड़ा हुज्जत हीले करदा रहिंदा, चतराइयां चलाकीआं वरतदा रहिंदा। जे मन दी ये हालत होएगी ते रसना तो जपिया ते रस नहीं आएगा। रसना ते पहला पड़ाव है, जरूरी है, पर रसना तो जपदियां जदों अंदर मन जुड़ जाएगा। इसे करके ते सतगुरु जी ने कहा गुरु का शब्द पढ़ो। बहुत सारे साडे मनां च ख्याल ने आले दुआले असीं देखदे सिख जगत दे अंदर कई प्राणी कहणगे जी गुरबाणी पढ़न दी लोड़ नहीं है, बस सिमरन करो, वाहिगुरु वाहिगुरु करो, कोई भली गल है वाहिगुरु वाहिगुरु करना। पर वो जिहड़ा मन है वो मन दी घाड़त किवें करी जाएगी? मन नूं किवें मनावांगे असीं? मन ते ज्ञान नाल ही टिकना है। गुरु का एक पवित्र बचन रोज सुनते हैं, कुंभे बद्धा जल रहे, जल बिन कुंभ न होए, ज्ञान का बद्धा मन रहे, गुर बिन ज्ञान न होए। कुंभ कहंदे ने घड़े नूं। हुण पानी नूं असीं घड़े 'च एकत्र करदे हां, घड़ा पानी तो बिना नहीं बनदा। मन जिहड़ा ਇਹ ਗਿਆਨ ਦੇ ਨਾਲ ਟਿਕਣਾ ਹੈ, ਗਿਆਨ ਦੇ ਨਾਲ, ਤੇ ਗਿਆਨ ਜਿਹੜਾ ਹੈ ਉਹ ਗੁਰੂ ਤੋਂ ਬਿਨਾ ਨਹੀਂ ਮਿਲਣਾ। ਇਹ ਬਾਹਰੀ ਕਿਤਾਬਾਂ ਦੀ ਜਾਣਕਾਰੀ ਜਿਹੜੀ ਹੈ ਦੁਨੀਆ 'ਚ ਕੰਮ ਆ ਸਕਦੀ ਹੈ, ਇਹ ਸਾਨੂੰ ਦੁਨਿਆਵੀ ਕੰਮਕਾਰ ਕਰਨ ਦੀ ਇਜਾਜ਼ਤ ਦੱਸ ਸਕਦੇ ਨੇ, ਦੁਨਿਆਵੀ ਪੈਸੇ ਕਮਾਉਣ ਦੀ ਇਜਾਜ਼ਤ ਦੱਸ ਸਕਦੀਆਂ ਨੇ ਕਿਤਾਬਾਂ, ਪਰ ਮਨ ਨੂੰ ਕਾਬੂ ਕਰਨ ਲਈ ਅਜੇ ਕੋਈ ਕਿਤਾਬ ਨਹੀਂ ਬਣੀ। ਮਨ ਟਿਕਣਾ ਹੈ ਗੁਰੂ ਕੇ ਗਿਆਨ ਰਾਹੀਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ ਥਾਂ ਤੇ ਮਨ ਦੀ ਗੱਲ ਕੀਤੀ। ਮਨ ਕੁਠਾਰ ਤੇਰਾ ਨਹੀਂ ਬਿਸਵਾਸ, ਤੂੰ ਮਹਾ ਉਦਮਾਦਾ, ਖਰ ਕਾ ਪੈਂਖਰ ਤੋ ਛਟੋ ਜੋ ਉੱਪਰ ਲਾਦਾ। ਖਰ ਹੁੰਦਾ ਖੋਤਾ, ਖੋਤੇ ਨਾਲ ਮਨੁੱਖ ਨੇ ਮਨ ਨੂੰ ਸਮਝਾਇਆ। ਕਹਿੰਦੇ ਜਿਹੜਾ ਖੋਤਾ ਹੁੰਦਾ ਹੈ ਨਾ ਉਹਦੇ ਤੇ ਭਾਰ ਲੱਦਿਆ ਹੁੰਦਾ, ਜਿੰਨਾ ਚਿਰ ਭਾਰ ਹੈ ਉਹਨਾਂ ਚਿਰ ਉਹ ਠੀਕ ਰਹਿੰਦਾ। ਭਾਰ ਉਤਾਰ ਦਿਓ ਫਿਰ ਇਧਰ ਉਧਰ ਭਜਣਾ ਸ਼ੁਰੂ ਕਰ ਦਿੰਦਾ। फिर वो खोते वाला जिहड़ा मालिक है ना ਉਹਦੇ पैरां ਨੂੰ एक पैंखड़ जिहा पाई रखदा ਤਾਂ कि इधर उधर जाए ना, खरमस्ती ना करे। ਤੇ ਜਦੋਂ ਉਹਨੇ ਭਾਰ ਲੱਦਣਾ ਫਿਰ ਉਹਦਾ ਉਹ ਰੱਸਾ ਜਿਹਾ ਖੋਲਣਾ, ਉਹਦਾ ਪੈਂਖੜ ਜਿਹਾ ਖੋਲਣਾ। ਸਤਿਗੁਰੂ ਜੀ ਕਹਿੰਦੇ ਇਸ ਮਨ ਦਾ ਕੋਈ ਵਿਸ਼ਵਾਸ ਨਹੀਂ, ਇਹਨੂੰ ਵੀ ਤੁਸੀਂ ਗੁਰੂ ਕੇ ਸ਼ਬਦ ਦਾ ਪੈਂਖੜ ਪਾਈ ਰੱਖੋ, ਗੁਰੂ ਕੇ ਸ਼ਬਦ ਨਾਲ ਜੋੜੀ ਰੱਖੋ। ਮਨ ਬੁਰੇ ਬੰਨੇ ਜਾਂਦਾ ਹੈ। ਚਾਂਦ ਭੱਟ ਜੀ ਦਾ ਇੱਕ ਬਚਨ ਕਿ ਮਨ ਲੋਚੇ ਬੁਰਾਈਆਂ गुर शब्दी ए मन हो रही है। मन बुरे बन्ने जाना लोचदा है, इन्हू गुरु के शब्दां नूं रोको, गुरु के शब्द नहीं समझावो। गुरबाणी साडे मन नूं ही संबोधन कीती हुई है। देखो एक एक शब्द ए मन प्यारिया तू सदा सस संभाले, मन नाल ही गल बात कीती हुई है। इस करके सतगुरु जी कहंदे ने कि जदों साडा गुरु के शब्द राहीं साडा मन दी चंचल मत मिट गई, साडी लिव परमात्मा वाले बने लग गई, फिर की होएगा? हर रस चाख त्रिखा निवारी, हरि दे रस नूं असीं चख लवांगे, स्वाद नूं माण लांगे। वाहिगुरू जी दा नाम मिठा है, अमृत है वाहिगुरू जी दा नाम। पर असीं मुख तो जपदे आ, साडी रसना ते तिवें कुड़तन भरी रहिंदी है। ਉਹਦਾ ਕਾਰਨ ਕਿ ਅੰਦਰ ਸਾਡਾ ਮਨ ਜਿਹੜਾ ਹੈ ਨਾ ਉਹ ਜੇ ਮੰਨਿਆ ਨਹੀਂ ਹੈ, ਮਨ ਭਤੀਜਿਆ ਨਹੀਂ, ਮਨ ਜਿਹੜਾ ਉਹ ਚਾਹ ਨਾਲ ਜੁੜਿਆ ਹੀ ਨਹੀਂ। मन होर बने है, असीं मुख तो होर पासे गल बननी नहीं है। जिन मन होर मुख होर से काढे, कच्चिया दिलों मुहब्बत जिन सेई सचिया।
ਜਿਹੜੇ ਦਿਲ ਕਰਕੇ ਮੁਹੱਬਤ ਕਰਦੇ ਨੇ ਉਹ ਸੱਚੇ ਗਿਣੇ ਜਾਂਦੇ, ਦਿਲ ਕਰਕੇ, ਮਨ ਕਰਕੇ। ਹੁਣ ਇਸ ਮਨ ਨੂੰ ਮਨਾਉਣਾ ਪਏਗਾ। ਮਨ ਨੂੰ ਮਨਾਉਣ ਦਾ ਤਰੀਕਾ ਇਹ ਹੈ, ਸਤ ਸੰਗਤ ਅਤੇ ਗੁਰੂ ਕੀ ਬਾਣੀ। ਇੱਕ ਤਾਂ ਤੇ ਬਾਬਾ ਕਬੀਰ ਸਾਹਿਬ ਜੀ ਨੇ ਬੜਾ ਸੋਹਣਾ ਇੱਕ ਅਲੰਕਾਰ ਬਣਾਇਆ, ਜਿੱਥੇ ਕਹਿੰਦੇ ਨੇ ਕਿ ਇਹ ਜਿਹੜਾ ਮਨ ਹੈ ਨਾ, ਇਹ ਬੜਾ ਇੱਕ ਕਿਲੇ ਦੇ ਅੰਦਰ ਸੁਰੱਖਿਅਤ ਹੋ ਕੇ ਬੈਠਾ ਹੈ। ਕਿਉਂ ਲੀਜੇ ਗੱਡ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇਹ ਗੜ ਕਿਲਾ ਜਿੱਤਣਾ ਬੜਾ ਔਖਾ ਹੈ। ਇਹਦੀਆਂ ਤੇ ਦੋਹਰੀਆਂ ਕੰਧਾਂ ਫਸੀਲਾਂ ਤੇਰੀਆਂ ਬਣੀਆਂ ਹੋਈਆਂ ਨੇ। ਕ੍ਰੋਧ ਇਹਦੀ ਰਾਖੀ 'ਚ ਬੈਠਾ ਹੋਇਆ ਹੈ, ਲੋਭ ਇਹਦੀ ਰਾਖੀ 'ਚ ਬੈਠਾ ਹੋਇਆ ਹੈ, ਤ੍ਰਿਸ਼ਨਾ ਇਹਦੇ ਨਾਲ ਲੱਗੀ, ਤ੍ਰਿਸ਼ਨਾ ਦੇ ਤੀਰ ਇਹਨੇ ਭਰੇ ਹੋਏ ਨੇ ਲੋਕਾਂ ਨੂੰ ਮਾਰਨ ਦੇ ਲਈ। ਕਿੰਨੇ ਔਗਣ ਨੇ ਇਹਦੀ ਰਖਵਾਲੀ ਦੇ ਲਈ। ਫਿਰ ਸਤ ਬਾਬਾ ਕਬੀਰ ਸਾਹਿਬ ਜੀ ਨੇ ਜੁਗਤ ਦੱਸੀ। ਜੁਗਤ ਇਹ ਹੈ ਕਿ ਜਿਸ ਵੇਲੇ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜਾ। ਸਤ ਸੰਗਤ ਵਿੱਚ ਆਏ ਨਾ ਜਦੋਂ, ਸਾਧ ਸੰਗਤ ਅਰ ਗੁਰ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਸਤ ਸੰਗਤ ਅਤੇ ਗੁਰੂ ਦੀ ਕਿਰਪਾ ਸਦਕਾ ਇਹ ਜਿਹੜਾ ਕਿਲੇ 'ਚ ਆਕੀ ਹੋ ਕੇ ਬੈਠਾ ਹੋਇਆ ਸੀ ਨਾ ਰਾਜਾ ਮਨ, ਇਹਨੂੰ ਪਕੜ ਲਿਆ। ਭਗਵਤ ਭੀਰ ਸਖਤ ਸਿਮਰਨ ਕੀ, ਕਟੀ ਕਾਲ ਭੈ ਫਾਸੀ। ਦਾਸ ਕਬੀਰ ਚੜਿਓ ਗੜ ਉਪਰ ਰਾਜ ਲਿਓ ਅਵਿਨਾਸੀ। ਭਗਵਤ ਭੀਰ ਦਾ ਅਰਥ ਹੈ ਕਿ ਰੱਬ ਦੇ ਪਿਆਰਿਆਂ ਦੀ ਭੀੜ। ਭਗਵਤ ਮੈਨਾ ਪਰਮਾਤਮਾ, ਪਰਮਾਤਮਾ ਦੇ ਪਿਆਰ ਵਿੱਚ ਜੁੜਿਆਂ ਦੀ ਭੀੜ ਦਾ ਅਰਥ ਸਤ ਸੰਗਤ। ਭਗਵਤ ਭੀਰ ਅਰ ਸ਼ਗਤ ਸਿਮਰਨ ਕੀ, ਇਹ ਸਤ ਸੰਗਤ ਤੇ ਵਾਹਿਗੁਰੂ ਜੀ ਦੇ ਸਿਮਰਨ ਦੀ ਸ਼ਕਤੀ ਸਦਕਾ ਇਹ ਜਿਹੜਾ ਸੀ ਨਾ ਗੜ ਦਾ ਰਾਜਾ ਇਹ ਕਾਬੂ ਕਰ ਲਿਆ। ਇਹਨੂੰ ਕਾਬੂ ਕਰਨ ਦੀ ਯੁਗ ਜਿਹੜੀ ਹੈ ਗੁਰਬਾਣੀ ਚੋਣੀ। ਮੁਖ ਤੋਂ ਵਾਹਿਗੁਰੂ ਦਾ ਜਾਪ ਭਾਗਾਂ ਵਾਲੇ ਕਰਦੇ ਨੇ, ਭਈ ਕਰਨਾ ਚਾਹੀਦਾ। ਪਰ ਮੁਖ ਤੋਂ ਜਾਪ ਕਰਦੇ ਆ, ਗੁਰੂ ਕੀ ਬਾਣੀ ਪੜ੍ਹਦੇ ਆ, ਸਾਨੂੰ ਪਤਾ ਲੱਗੇਗਾ ਇਹ ਮਨ ਦੇ ਵਿੱਚ ਕੀ ਬੁਰਾਈਆਂ ਨੇ, ਮਨ ਨੂੰ ਕਾਬੂ ਕਿਵੇਂ ਕਰਨਾ ਹੈ। ਜਿਉਂ-ਜਿਉਂ ਗੁਰਬਾਣੀ ਨੂੰ ਸਮਝਾਂਗੇ, ਜਿਉਂ-ਜਿਉਂ ਗੁਰਬਾਣੀ ਨਾਲ ਗਿਆਨਵਾਨ ਹੋਵਾਂਗੇ, ਤਿਉਂ-ਤਿਉਂ ਮਨ ਆਪਣੇ ਆਪ ਟਿਕਦਾ ਚਲਿਆ ਜਾਏਗਾ। ਮਨ ਨੂੰ ਅੱਖਾਂ ਮੀਟ ਕੇ ਨਹੀਂ ਟਿਕਾ ਸਕਦੇ। ਮਨ ਨੂੰ ਕੱਲਾ ਅਸੀਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਵੀ ਨਹੀਂ ਟਿਕਾ ਸਕਦੇ। ਮਨ ਟਿਕਣਾ ਗਿਆਨ ਦੇ ਨਾਲ, ਗਿਆਨ ਗੁਰੂ ਕੀ ਪਵਿੱਤਰ ਬਾਣੀ ਚੋਂ ਮਿਲਣਾ। ਇਸ ਕਰਕੇ ਇਹ ਕਹਿਣਾ, ਕਿਉਂਕਿ ਹੁਣ ਸਾਡੇ 'ਚ ਸਾਨੂੰ ਸ਼ਬਦ ਗੁਰੂ ਨਾਲੋਂ ਤੋੜਨ ਦੇ ਲਈ ਨਾ ਬੜੇ ਵਧੀਆ ਤਰੀਕੇ ਵਰਤੇ ਜਾ ਰਹੇ ਨੇ। ਬਾਹਰੋਂ ਲਿਬਾਸ ਸਿੱਖਾਂ ਵਾਲਾ ਹੀ ਉਹਨਾਂ ਲੋਕਾਂ ਦਾ, ਬਾਹਰੋਂ ਉਹਨਾਂ ਨੇ ਕਿਰਪਾਨਾਂ ਪਾਈਆਂ, ਸ਼ਸਤਰ ਧਾਰੀ ਹੁੰਦੇ, ਕਹਿੰਦੇ ਜੀ ਬਾਣੀ ਪੜ੍ਹਨ ਦੀ ਲੋੜ ਨਹੀਂ, ਸਿਮਰਨ ਨਹੀਂ ਕਰੋ, ਬਾਣੀ ਸੁਣਨ ਦੀ ਲੋੜ ਨਹੀਂ, ਨਿਤਨੇਮ ਦੀ ਲੋੜ ਨਹੀਂ। ਗੁਰਬਾਣੀ ਗਿਆਨ ਦਾ ਸੂਰਜ ਹੈ। ਗੁਰਬਾਣੀ ਇਹ ਜਗ ਮੈਂ ਚਾਨਣ। ਗੁਰਬਾਣੀ ਨੇ ਸਾਨੂੰ ਰੌਸ਼ਨੀ ਦੇਣੀ ਹੈ, ਚਾਨਣ ਦੇਣਾ ਹੈ। ਅਸੀਂ ਜ਼ਿੰਦਗੀ ਅੰਦਰ ਦੁਖੀ ਕਿਉਂ ਆ, ਸੁਖੀ ਕਿਵੇਂ ਹੋਵਾਂਗੇ, ਰਸਤਾ ਤੇ ਗੁਰਬਾਣੀ ਨੇ ਦੇਣਾ। ਇਸ ਕਰਕੇ ਜਦੋਂ ਇੱਕ ਸ਼ਬਦ ਰਾਹੀਂ ਸਾਡੀ ਲਿਵ ਰੱਬ ਵਾਲੇ ਬੰਨੇ ਲੱਗੀ, ਸਾਡੇ ਅੰਦਰੋਂ ਚੰਚਲ ਮਤ ਮਿਟੀ, ਫਿਰ ਵਾਹਿਗੁਰੂ ਦਾ ਰਸ ਆਉਣਾ ਸ਼ੁਰੂ ਹੋ ਗਿਆ। ਉਹੀ ਬਚਨ ਪਹਿਲਾਂ ਅਸੀਂ ਬੋਲਦੇ ਆ, ਆਨੰਦ ਜਿਆ ਨਹੀਂ ਆਉਂਦਾ, ਲੇਕਿਨ ਉਹੀ ਬਚਨ ਹੁਣ ਬੋਲਦੇ ਆ, ਐਨ ਅੰਦਰੋਂ ਇੱਕ ਚਾਹ ਪੈਦਾ ਹੁੰਦਾ, ਅੰਦਰ ਇੱਕ ਉਮੰਗ ਪੈਦਾ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਹੁਣ ਹਰ ਰਸ ਚਾਖ ਤ੍ਰਿਖਾ ਨਿਵਾਰੀ, ਹਰ ਮੇਲ ਲਏ ਵਡ ਭਾਗੀ। ਵਾਹਿਗੁਰੂ ਜੀ ਦੇ ਰਸ ਨੂੰ ਜਦੋਂ ਚੱਖਿਆ ਨਾ, ਥੋੜਾ ਜਿਹਾ ਮਾਣਿਆ, ਬਸ ਉਦੋਂ ਤ੍ਰਿਸ਼ਨਾ ਮੁੱਕ ਗਈ। ਉਹ ਅੰਦਰ ਜਿਹੜੀ ਪਿਆਸ ਸੀ ਭਟਕਣਾ, ਉਹ ਮੁੱਕ ਗਈ। ਤੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਵੱਡੇ ਭਾਗਾਂ ਵਾਲਿਆਂ ਨੂੰ ਆਪਣੇ ਨਾਲ ਮੇਲ ਲਿਆ, ਆਪਣੇ ਵਿੱਚ ਲਿਵਲੀਨ ਕਰ ਲਿਆ। ਕਿੰਨਾਂ ਨੂੰ? ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਦਰ ਤੋਂ ਨਾਮ ਹੀ ਮੰਗਿਆ, ਸ਼ਬਦ ਰਾਹੀਂ ਜਿਨ੍ਹਾਂ ਚੰਚਲ ਮਤ ਤਿਆਗ ਦਿੱਤੀ, ਉਹਨਾਂ ਨੂੰ ਵਾਹਿਗੁਰੂ ਜੀ ਨੇ ਆਪਣੇ ਰਾਂ ਮੇਰਿਆ। ਅਪਰਤ ਛਿੰਚ ਪਹਿ ਸੁਭਰ ਸਰ, ਗੁਰਮਤਿ ਸਾਚ ਨਿਹਾਲਾ। ਸਾਹਿਬ ਜੀ ਕਹਿੰਦੇ ਨੇ ਗੁਰਮਤਿ, ਗੁਰੂ ਦੀ ਮਤ ਰਾਹੀਂ, ਸਾਚ ਨਿਹਾਲਾ। ਨਿਹਾਲ ਦਾ ਅਰਥ ਹੁੰਦਾ ਹੈ ਦੇਖਣਾ। ਜਦੋਂ ਗੁਰੂ ਦੀ ਮਤ ਰਾਹੀਂ ਉਹ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਨੂੰ ਮੈਂ ਦੇਖ ਲਿਆ। ਪਹਿਲਾਂ ਰਸ ਦੀ ਗੱਲ ਕੀਤੀ ਸੀ ਕਿ ਗੁਰੂ ਕੇ ਸ਼ਬਦ ਰਾਹੀਂ ਜਦੋਂ ਚੰਚਲ ਮਤ ਮਿਟੀ, ਉਦੋਂ ਰਸ ਆਉਣ ਲੱਗ ਪਿਆ। ਵਾਹਿਗੁਰੂ ਜੀ ਨੇ ਆਪਣੇ ਨਾਲ ਮੇਲ ਲਿਆ। ਗੁਰੂ ਦੀ ਮਤ ਰਾਹੀਂ ਜਦੋਂ ਉਸ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਨੂੰ ਮੈਂ ਦੇਖਿਆ ਨਾ, ਉਹਦੇ ਦੀਦਾਰ ਕੀਤੇ, ਫਿਰ ਅਭਰਤ ਸਿੰਚ ਭੈ ਸੁਭਰ ਸਰ। ਅਭਰਤ ਦਾ ਅਰਥ ਹੁੰਦਾ ਜਿਹੜੇ ਭਰੇ ਹੀ ਨਾ ਜਾਣ। ਆਪਾਂ ਕਈ ਵਾਰੀ ਕਹਿੰਦੇ ਕਿ ਇਹ ਚੀਜ਼ ਭਰ ਨਹੀਂ ਸਕਦੀ। ਵੱਡੇ ਵੱਡੇ ਆਪਾਂ ਦੇਖਦੇ ਹਾਂ ਖੂਹ ਜਿਹੜੇ ਨੇ ਉਹ ਭਰੇ ਹੀ ਨਹੀਂ ਜਾਂਦੇ, ਉਹ ਉਣੇ ਹੀ ਰਹਿੰਦੇ ਨੇ।
ਅਪਰਤ ਸਾਡੇ ਜਿਹੜੇ ਇੰਦਰੇ ਨੇ, ਅੱਖਾਂ ਨੇ, ਕੰਨ ਨੇ, ਨੱਕ ਹੈ, ਰਸਨਾ ਹੈ, ਇਹ ਹਮੇਸ਼ਾ ਭੁੱਖੇ ਹੀ ਰਹਿੰਦੇ ਨੇ। ਕੰਨ ਚੁਗਲੀ ਨਿੰਦਿਆ ਸੁਣ ਸੁਣ ਕੇ ਰੱਜਦੇ ਹੀ ਨਹੀਂ, ਭਰਦੇ ਹੀ ਨਹੀਂ ਕੰਨ, ਕਦੀ ਨਹੀਂ ਤ੍ਰਿਪਤ ਹੁੰਦੇ। ਅੱਖਾਂ ਦੇਖ ਦੇਖ ਕੇ ਨਹੀਂ ਰੱਜਦੀਆਂ। ਮਨੁੱਖ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਕਈ ਵਾਰੀ ਅੱਖਾਂ ਤੋਂ ਵਿਹੂਣਾ ਹੋ ਜਾਂਦਾ ਹੈ, ਪਰ ਉਹਦੀ ਦੇਖਣ ਦੀ ਭੁੱਖ ਨਹੀਂ ਮਿਟਦੀ ਕਦੀ। ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੀ। ਗੁਰੂ ਕੀ ਪਵਿੱਤਰ ਬਾਣੀ ਦਾ ਬਚਨ, ਆਖਣ ਆਖ ਨਾ ਰੱਜਿਆ ਸੁਣ ਨਾ ਰੱਜੇ ਕੰਨ। ਅੱਖੀਂ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵਨ। ਬੰਦਾ ਬੋਲ ਬੋਲ ਕੇ ਨਹੀਂ ਰੱਜਦਾ, ਬੋਲੀ ਚਲਿਆ ਜਾਂਦਾ, ਬੋਲੀ ਚਲਿਆ ਜਾਂਦਾ। ਇਹਨੂੰ ਚੁੱਪ ਵੀ ਕਰਾਓ ਫਿਰ ਵੀ ਬੋਲੀ ਚਲਿਆ ਜਾਂਦਾ। ਕੰਨ ਸੁਣ ਸੁਣ ਕੇ ਨਹੀਂ ਰੱਜਦੇ, ਰਸਨਾ ਬੋਲ ਬੋਲ ਕੇ ਨਹੀਂ ਰੱਜਦੀ, ਅੱਖਾਂ ਦੇਖ ਦੇਖ ਕੇ ਨਹੀਂ ਰੱਜਦੀ, ਇਹ ਖਾਲੀ ਰਹਿੰਦੇ ਨੇ। ਅਪਰਤ ਸਿੰਚ ਭਏ ਸੁਭਰ ਸਾਰ। ਸਾਹਿਬ ਕਹਿੰਦੇ ਜਿਹੜੇ ਸਾਡੇ ਇੰਦਰੀਆਂ ਦੇ ਸਰੋਤ ਨੇ, ਸਰੋਵਰ ਨੇ, ਜਦੋਂ ਇਹਨਾਂ ਨੂੰ ਅਸੀਂ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਸਿੰਜਿਆ, ਇਹ ਭਰ ਗਏ। ਉਸ ਵੇਲੇ ਸਿੰਜਣ ਦਾ ਅਰਥ ਜਿਵੇਂ ਜ਼ਿਮੀਂਦਾਰ ਆਪਣੇ ਖੇਤ ਨੂੰ ਪਾਣੀ ਨਾਲ ਨਹੀਂ ਸਿੰਜਦੇ, ਕਿਆਰੀਆਂ 'ਚ ਅਸੀਂ ਪਾਣੀ ਦਿੰਦੇ ਆ, ਉਹਨੂੰ ਕਹਿੰਦੇ ਪਾਣੀ ਨਾਲ ਸਿੰਜਣਾ। ਸਾਹਿਬ ਜੀ ਕਹਿੰਦੇ ਜਿਸ ਵੇਲੇ ਅਸੀਂ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਆਪਣੇ ਹਿਰਦੇ ਇੰਦਰੀਆਂ ਨੂੰ ਸਿੰਜਿਆ, ਇਹ ਭਰ ਗਏ, ਰੱਜ ਗਏ, ਸੰਤੋਖ ਵਿੱਚ ਆ ਗਏ, ਇਹਨਾਂ ਦੀ ਭੁੱਖ ਮਿਟ ਗਈ। ਸਰ ਦਾ ਅਰਥ ਹੈ ਸਰੋਵਰ, ਸਰੋਵਰ ਦਾ ਸਾਡੇ ਇਹ ਇੰਦਰੇ ਨੇ, ਇਹ ਸਰੋਤ ਨੇ। ਜਦੋਂ ਗੁਰੂ ਦੀ ਮੱਤ ਰਾਹੀਂ ਵਾਹਿਗੁਰੂ ਜੀ ਦੇ ਦੀਦਾਰ ਕੀਤੇ, ਸਾਡੇ ਸਾਰੇ ਇੰਦਰੇ ਜਿਹੜੇ ਸਨ ਤ੍ਰਿਪਤ ਹੋ ਗਏ। ਅੱਖਾਂ ਵੀ ਸੰਤੋਖੀਆਂ ਗਈਆਂ, ਕੰਨ ਵੀ ਸੰਤੋਖੇ ਗਏ। ਹੁਣ ਤੇ ਰਸਨਾ ਜਿਹੜੀ ਹੈ ਨਾ ਚੁੱਪ ਕਰ ਗਈ। ਹੁਣ ਤੇ ਇਹੋ ਜਿਹਾ ਆਨੰਦ ਆਇਆ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿਵੇਂ ਗੂੰਗੇ ਕੀ ਮਠਿਆਈ, ਗੂੰਗਾ ਮਠਿਆਈ ਖਾ ਲੇ ਤੇ ਬਿਆਨ ਨਹੀਂ ਕਰ ਸਕਦਾ, ਕੋਈ ਬੋਲ ਨਹੀਂ ਹੁੰਦੀ। ਹੁਣ ਮਨੁੱਖ ਬੋਲ ਹੀ ਨਹੀਂ ਸਕਦਾ, ਉਹਦੇ ਕੋਲ ਬਚਨ ਹੀ ਕੋਈ ਨਹੀਂ ਰਹਿ ਗਿਆ। ਅੰਦਰੋਂ ਇੰਨਾ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਮਨ ਰਤ ਨਾਮ ਰਤੇ ਨੇ ਕੇਵਲ, ਆਦ ਜੁਗਾਦ ਦਇਆਲਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਉਹ ਪਰਮ ਪਿਤਾ ਪਰਮਾਤਮਾ ਜਿਹੜਾ ਆਦ ਤੋਂ ਹੈ। ਗੁਰੂ ਕਾ ਇੱਕ ਅੰਮ੍ਰਿਤ ਬਚਨ ਪੜ੍ਹਦੇ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦਰ ਤੱਕ ਕਿ ਸਭ ਕੁਝ ਦੇ ਮੁੱਢ ਤੋਂ ਪਹਿਲਾਂ, ਜਦੋਂ ਆ ਕੋਈ ਸ੍ਰਿਸ਼ਟੀ ਨਹੀਂ ਬਣੀ, ਕੁਝ ਨਹੀਂ ਹੈ, ਉਦੋਂ ਪਹਿਲਾਂ ਉਹ ਪਰਮਾਤਮਾ ਜਿਹੜਾ ਆਦ ਤੋਂ ਹੈ, ਜੁਗਾਂ ਤੋਂ ਪਹਿਲਾਂ ਤਾਂ ਹੈ, ਉਹ ਦਇਆ ਦਾ ਘਰ ਵਾਹਿਗੁਰੂ ਜੀ ਜਿਹੜਾ ਹੈ। ਜਦੋਂ ਸਾਡਾ ਮਨ ਰਤ ਨਾਮ ਰਤੇ ਦੇਹ ਕੇਵਲ, ਜਦੋਂ ਸਾਡਾ ਮਨ ਉਹਦੇ ਪਿਆਰ ਵਿੱਚ ਰੰਗਿਆ ਗਿਆ। ਨਿਹ ਕੇਵਲ ਦਾ ਅਰਥ ਉਦੋਂ ਸਾਡਾ ਮਨ ਜਿਹੜਾ ਸੀ ਨਾ, ਇਹ ਦੁਨਿਆਵੀ ਵਿਕਾਰਾਂ ਤੋਂ, ਵਾਸਨਾਵਾਂ ਤੋਂ ਉੱਚਾ ਉੱਠ ਗਿਆ, ਵਾਹਿਗੁਰੂ ਜੀ ਵਰਗਾ ਹੀ ਬਣ ਗਿਆ, ਵਾਹਿਗੁਰੂ ਜੀ ਵਿੱਚ ਲਿਵਲੀਨ ਹੋ ਗਿਆ। ਮੋਹਨ ਮੋਹ ਲਿਆ ਮਨ ਮੇਰਾ, ਬੜੇ ਭਾਗ ਲਿਵ ਲਾਗੀ। ਮੋਹਨ ਦਾ ਅਰਥ ਹੈ ਕਿ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ। ਇੱਕ ਵਾਰੀ ਅਸੀਂ ਉਹਦਾ ਕੋਈ ਕੌਤਕ ਦੇਖ ਲਈਏ, ਮਨ ਮੋਹਿਆ ਜਾਂਦਾ ਹੈ। ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਵਡਾਈ। ਉਸ ਸਾਹਿਬ ਦੀਆਂ ਵਡਿਆਈਆਂ ਨੂੰ ਦੇਖ ਕੇ ਮਨੁੱਖ ਦੇ ਮਨ 'ਚ ਬਿਲਾਸ, ਚਾਓ, ਆਨੰਦ ਪੈਦਾ ਹੁੰਦਾ ਹੈ, ਮਨ ਮੋਹਿਆ ਜਾਂਦਾ ਹੈ। ਸਾਹਿਬ ਜੀ ਕਹਿੰਦੇ ਉਹ ਪਰਮ ਪਿਤਾ ਪਰਮਾਤਮਾ, ਮੋਹਨ ਮੋਹ ਲਿਆ ਮਨ ਮੋਰਾ, ਬੜੇ ਭਾਗ ਲਿਵ ਲਾਗੀ। ਮਨ ਨੂੰ ਮੋਹ ਲੈਣ ਵਾਲੇ ਪਰਮਾਤਮਾ ਨੇ ਮੇਰੇ ਮਨ ਨੂੰ ਮੋਹ ਲਿਆ। ਇਹ ਤੇ ਮੇਰੇ ਭਾਈ ਵੱਡੇ ਭਾਗ ਨੇ ਜੋ ਮੇਰੀ ਲਿਵ ਵਾਹਿਗੁਰੂ ਜੀ ਵਾਲੇ ਬੰਨੇ ਲੱਗ ਗਈ, ਪਰਮਾਤਮਾ ਵਾਲੇ ਬੰਨੇ ਲੱਗ ਗਈ। ਸਾਚ ਵਿਚਾਰ ਕਿਲ ਵੇਖ ਦੋ ਕਾਟੇ, ਮਨ ਨਿਰਮਲ ਅਨਰਾਗੀ। ਗੁਰੂ ਕੇ ਸ਼ਬਦ ਰਾਹੀਂ ਜਦੋਂ ਸੱਚ ਦੀ ਵਿਚਾਰ ਕਰਨੀ ਸ਼ੁਰੂ ਕੀਤੀ, ਸੱਚ ਨਾਲ ਜੁੜੇ, ਸੱਚ ਨੂੰ ਆਪਣੇ ਸੋਚ ਮੰਡਲ ਅੰਦਰ ਵਸਾ ਲਿਆ। ਸਾਹਿਬ ਜੀ ਕਹਿੰਦੇ ਫਿਰ ਕੀ ਹੋਇਆ? ਕਿਲ ਵੇਖ ਦੁੱਖ ਕਾਟੇ। ਕਿਲ ਵੇਖ ਦਾ ਅਰਥ ਹੁੰਦਾ ਹੈ ਪਾਪ, ਜਿਹਨੂੰ ਆਪਾਂ ਬੱਜਰ ਪਾਪ ਕਹਿੰਦੇ ਹਾਂ। ਉਹ ਸਾਡੇ ਅੰਦਰ ਜਿਹੜੇ ਬੱਜਰ ਪਾਪਾਂ ਦੀ ਮੈਲ ਲੱਗੀ ਪਈ ਸੀ, ਦੁੱਖ ਜਮੇ ਪਏ ਸਨ, ਜਦੋਂ ਆਪਣੀ ਸੁਰਤ ਵਿੱਚ ਉਸ ਸੱਚ ਨੂੰ ਵਸਾਇਆ, ਉਹ ਸਭ ਪਾਪਾਂ ਦੀ ਮੈਲ ਮਿਟ ਗਈ। ਦੁੱਖ ਐਨ ਸੜ ਗਏ, ਜਿਵੇਂ ਅੱਗ ਦੇ ਨਾਲ ਲੱਕੜੀਆਂ ਸੜ ਜਾਂਦੀਆਂ ਨੇ, ਅੰਦਰੋਂ ਪਾਪਾਂ ਦੀ ਮੈਲ ਖਤਮ ਹੋ ਗਈ। ਮਨ ਨਿਰਮਲ ਅਨਰਾਗੀ। ਪਹਿਲਾਂ ਮਨ ਨਾ ਪਾਪਾਂ ਦੇ ਨਾਲ ਭਰਿਆ ਪਿਆ ਸੀ। ਮਨ ਦੀ ਹਾਲਤ ਇਹ ਸੀ ਕਿ ਜਨਮ ਜਨਮ ਕੀ ਮਨ ਕੋ ਮਾਲ ਲਾਗੀ, ਕਾਲਾ ਹੋਆ ਸਿਆ। ਮਨ ਤੇ ਕਾਲਾ ਹੋਇਆ ਪਿਆ ਸੀ,
ਪਰ ਹੁਣ ਜਦੋਂ ਵਾਹਿਗੁਰੂ ਜੀ ਦੇ ਪਿਆਰ ਜੁੜੇ, ਸੱਚ ਨੂੰ ਆਪਣੀ ਸੋਚ ਵਿੱਚ ਵਸਾ ਲਿਆ ਕਿ ਸੱਚ ਬੋਲਣਾ ਹੈ, ਸੱਚ ਸੁਣਨਾ ਹੈ, ਸੱਚੀ ਸੁੱਚੀ ਕਿਰਤ ਕਰਨੀ ਹੈ, ਸੱਚ ਦਾ ਸਾਥ ਦੇਣਾ, ਇਹ ਹੈ ਸੱਚ ਨੂੰ ਹਿਰਦੇ 'ਚ ਵਸਾਉਣ ਦਾ ਅਰਥ। ਇਹ ਨਹੀਂ ਕਿ ਮੈਂ ਵੱਖਰਾ ਜਿਹਾ ਹੋ ਕੇ ਬੈਠਾ ਕਹਾਂ ਜੀ ਮੈਂ ਤੇ ਸੱਚ ਨਾਲ ਜੁੜ ਗਿਆ। ਚੰਗੀ ਗੱਲ ਹੈ ਇਵੇਂ ਵੀ, ਲੇਕਿਨ ਸੱਚ ਨਾਲ ਜੁੜੇ ਦਾ ਪਤਾ ਕਿਵੇਂ ਲੱਗੇਗਾ ਕਿ ਸੱਚ ਨਾਲ ਜੁੜ ਗਏ? ਕੋਈ ਬੰਦਾ ਕਹੇ ਜੀ ਮੈਂ ਤੰਦਰੁਸਤ ਹਾਂ, ਉਹਦੀ ਤੰਦਰੁਸਤੀ ਦਾ ਪਤਾ ਤੇ ਤਾਂ ਲੱਗੇਗਾ ਤੁਰੇਗਾ, ਫਿਰੇਗਾ, ਬੋਲੇਗਾ, ਕੋਈ ਕੰਮਕਾਰ ਕਰੇਗਾ, ਭੰਗਣ ਵਾਕੀ ਇਹ ਤੰਦਰੁਸਤ ਹੈ। ਜੇ ਕੋਈ ਵੱਖਰਾ ਜਿਹਾ ਹੋ ਕੇ ਬੈਠ ਜਾਏ, ਕਿਸੇ ਨੂੰ ਮਿਲੇ ਗਲੇ ਨਾ ਕਹੋ ਜੀ ਮੈਂ ਤੰਦਰੁਸਤ ਹਾਂ, ਤਾਂ ਹੀ ਕਹਾਂਗੇ ਤੰਦਰੁਸਤ ਤੇ ਬੈਠਾ ਕਿਉਂ ਹੈ ਤੂੰ? ਤੰਦਰੁਸਤ ਜਿਹੜਾ ਹੈ ਉਹਦੇ ਫਿਰਨ ਤੁਰਨ ਤੋਂ ਬੋਲ ਚਾਲ ਤੋਂ ਪਤਾ ਲੱਗੇਗਾ ਨਾ। ਹੁਣ ਕੋਈ ਕਹੇ ਜੀ ਮੈਂ ਤੇ ਸੱਚ ਦਾ ਧਾਰਨੀ ਬਣ ਗਿਆ। ਹੁਣ ਸੱਚ ਦਾ ਜੇ ਧਾਰਨੀ ਬਣਿਆ ਤੇ ਫਿਰ ਲੁਕਣ ਦੀ ਕੀ ਲੋੜ ਹੈ? ਫਿਰ ਤੇ ਸੱਚ ਦੇ ਧਾਰਨੀ ਨੂੰ ਵਿਚਰਨਾ ਚਾਹੀਦਾ ਦੁਨੀਆ ਦੇ ਅੰਦਰ, ਸੱਚ ਦਾ ਸਾਥ ਦੇਣਾ ਚਾਹੀਦਾ ਹੈ, ਸੱਚ ਬੋਲਣਾ ਚਾਹੀਦਾ ਹੈ, ਲੋਕਾਂ ਨੂੰ ਸੱਚ ਦੀ ਗੱਲ ਕਰਨੀ ਚਾਹੀਦੀ ਹੈ, ਲੋਕਾਂ ਨੂੰ ਸੱਚ ਦੇ ਮਾਰਗ ਤੇ ਪਾਉਣਾ ਚਾਹੀਦਾ ਹੈ, ਹਮੇਸ਼ਾ ਸੱਚੀ ਸੁੱਚੀ ਕਿਰਤ ਕਰਨੀ, ਇਹ ਹੈ ਸੱਚ ਹਿਰਦੇ ਵਿੱਚ ਵਸਣਾ। ਉਵੇਂ ਕੋਈ ਕਹਿ ਕੇ ਹਿਰਦੇ 'ਚ ਸੱਚ ਵਸ ਗਿਆ ਹੈ, ਉਵੇਂ ਕਿਵੇਂ ਪਤਾ ਲੱਗੇਗਾ ਕਿ ਸਾਡੇ ਕੋਲ ਇਹੋ ਜਿਹਾ ਤੇ ਕੋਈ ਕੈਮਰਾ ਨਹੀਂ ਨਾ ਕਿਸੇ ਦੇ ਅੰਦਰ ਜਾ ਕੇ ਦੇਖੀ ਅੰਦਰ ਕੀ ਹੈ। ਅੰਦਰ ਉਤੇ ਪ੍ਰਮਾਤਮਾ ਜਾਣਦਾ ਹੈ। ਜੋ ਸਾਡੇ ਅੰਦਰ ਹੈ ਉਹ ਤੇ ਸਾਡੇ ਵਰਤੋਂ ਵਿਹਾਰ ਦੇ ਰਾਹੀਂ ਪਤਾ ਲੱਗਣਾ ਹੈ। ਸਾਡੇ ਕੰਮਾਂ ਤੋਂ ਪਤਾ ਲੱਗੇਗਾ ਕਿ ਇਹ ਬੰਦਾ ਸੱਚ ਦਾ ਧਾਰਨੀ ਹੈ ਜਾਂ ਬੰਦਾ ਇਹ ਵੀ ਝੂਠ ਦੇ ਮਾਰਗ ਤੇ ਚੱਲਣ ਵਾਲਾ ਹੈ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਰਤ ਕਰਨ ਦੀ ਗੱਲ ਕਹੀ ਹੈ, ਦੁਨੀਆ 'ਚ ਰਹਿਣ ਦੀ ਗੱਲ ਕਹੀ, ਸਮਾਜ ਵਿੱਚ ਰਹਿਣ ਦੀ ਗੱਲ ਕਹੀ ਹੈ। ਗੁਰੂ ਬਾਬਾ ਜੀ ਕਹਿੰਦੇ ਜਦੋਂ ਸੱਚ ਸਾਡੇ ਸੁਰਤ ਮੰਡਲ 'ਚ ਵਸ ਗਿਆ, ਅੰਦਰੋਂ ਆਪਣੇ ਆਪ ਹੀ ਹਿਰਦਾ ਨਿਰਮਲ ਹੋ ਗਿਆ। ਦੇਖੋ ਨਾ, ਹਿਰਦਾ ਕਦੋਂ ਦੁਖੀ ਹੁੰਦਾ ਹੈ ਜਾਂ ਕਦੋਂ ਅੰਦਰ ਭਰਦਾ ਮੈਲ ਨਾਲ, ਦੁੱਖਾਂ ਨਾਲ। ਜਦੋਂ ਮੈਂ ਝੂਠ ਬੋਲਿਆ, ਮੇਰੇ ਮਨ 'ਚ ਡਰ ਆ ਗਿਆ ਅੰਦਰ ਕਿ ਕਿਸੇ ਨੂੰ ਪਤਾ ਨਾ ਲੱਗ ਜਾਏ। ਮੈਂ ਕਿਸੇ ਨਾਲ ਬੇਈਮਾਨੀ ਕੀਤੀ, ਹੇਰਾ ਫੇਰੀ ਕੀਤੀ, ਕਿਸੇ ਨਾਲ ਧੱਕਾ ਕੀਤਾ, ਕੋਈ ਧੋਖਾ ਧੜੀ ਕੀਤੀ, ਮੇਰੇ ਅੰਦਰ ਕਈ ਤਰ੍ਹਾਂ ਦੀਆਂ ਚਿੰਤਾਵਾਂ ਬੈਠ ਗਈਆਂ, ਪਤਾ ਹੀ ਨਾ ਲੱਗ ਜਾਏ ਕਿਤੇ ਫੜੇ ਹੀ ਨਾ ਜਾਈਏ ਆਪਾਂ। ਇਦਾਂ ਮਨ ਮੈਲਾ ਹੋਈ ਚਲਿਆ ਜਾਂਦਾ। ਜਦੋਂ ਹੁਣ ਮੈਂ ਸੱਚ ਦੇ ਮਾਰਗ ਤੇ ਚੱਲਦਾ, ਸੱਚ ਦਾ ਸਾਥ ਦਿੰਦਾ, ਸੱਚ ਬੋਲਦਾ, ਸੱਚੀ ਸੁੱਚੀ ਕਿਰਤ ਕਰਦਾ ਹਾਂ, ਤੇ ਫਿਰ ਆਪਣੇ ਆਪ ਚਿੱਤ ਅੰਦਰ ਹੌਲਾ ਫੁੱਲ ਹੋ ਜਾਏਗਾ। ਸਾਹਿਬ ਜੀ ਕਹਿੰਦੇ ਅੰਦਰੋਂ ਫਿਰ ਪਾਪਾਂ ਦੀ ਮੈਲ ਮਿਟ ਗਈ, ਮਨ ਨਿਰਮਲ ਅਨੁਰਾਗੀ। ਹੁਣ ਮਨ ਮੈਲ ਤੋਂ ਰਹਿਤ ਹੋ ਗਿਆ। ਅਨੁਰਾਗੀ ਦਾ ਅਰਥ ਕਿ ਵਾਹਿਗੁਰੂ ਜੀ ਦੇ ਪਿਆਰ ਵਿੱਚ ਰੰਗਿਆ ਗਿਆ, ਲਿਵਲੀਨ ਹੋ ਗਿਆ। ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ। ਉਹ ਪ੍ਰਮਾਤਮਾ ਜਿਹੜਾ ਬੜਾ ਗਹਿਰ ਡੂੰਘੇ ਜਿਗਰੇ ਵਾਲਾ ਹੈ, ਪ੍ਰਮਾਤਮਾ ਬਹੁਤ ਡੂੰਘੇ ਜਿਗਰੇ ਵਾਲਾ, ਬੜਾ ਗੰਭੀਰ ਹੈ, ਸਮੁੰਦਰ ਵਾਂਗੂ ਗਹਿਰ ਗੰਭੀਰ ਹੈ। ਸਾਗਰ ਰਤਨਾਗਰ, ਸਾਗਰ ਮੈਨਾਂ ਸਮੁੰਦਰ। ਉਹ ਪ੍ਰਮਾਤਮਾ ਜਿਹੜਾ ਸਮੁੰਦਰ ਵਾਂਗੂ ਗਹਿਰ ਗੰਭੀਰ ਹੈ, ਉਹ ਪ੍ਰਮਾਤਮਾ ਜਿਹੜਾ ਰਤਨਾਂ ਦੇ ਨਾਲ ਭਰਿਆ ਪਿਆ ਹੈ। ਰਤਨਾਗਰ ਦਾ ਅਰਥ ਹੈ ਕਿ ਰਤਨਾਂ ਦਾ ਸਮੁੰਦਰ ਹੈ ਪ੍ਰਮਾਤਮਾ। ਪਰਮਾਤਮਾ ਜਿਹੜਾ ਹੈ ਉਹ ਗੁਣਾਂ ਦੇ ਨਾਲ, ਰਤਨਾਂ ਦੇ ਨਾਲ, ਹੀਰਿਆਂ ਦੇ ਨਾਲ ਭਰਿਆ ਪਿਆ ਹੈ। ਪਰਮਾਤਮਾ ਦੇ ਨਾਮ ਨਾਲ ਸਾਂਝ ਤੇ ਪਾ ਕੇ ਦੇਖੀਏ, ਜਿਉਂ-ਜਿਉਂ ਵਾਹਿਗੁਰੂ ਜੀ ਦੇ ਪਿਆਰ ਜੁੜੀ ਜਾਵਾਂਗੇ, ਉਹ ਰਤਨ ਸਾਡੀ ਸੁਰਤ ਵਿੱਚ ਵਸਦੇ ਚਲੇ ਜਾਣਗੇ। ਗੁਰੂ ਬਾਬਾ ਜੀ ਕਹਿੰਦੇ ਹੁਣ ਉਹ ਵਾਹਿਗੁਰੂ ਜਿਹੜਾ ਗਹਿਰ ਗੰਭੀਰ ਰਤਨਾਂ ਦਾ ਸਮੁੰਦਰ ਹੈ, ਉਹਦੇ ਨਾਲ ਸਾਂਝ ਬਣ ਗਈ। ਅਵਰ ਨਹੀਂ ਅਨ ਪੂਜਾ। ਹੁਣ ਮੈਂ ਵਾਹਿਗੁਰੂ ਜੀ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ, ਕਿਸੇ ਨੂੰ ਆਪਣੀਆਂ ਨਜ਼ਰਾਂ 'ਚ ਨਹੀਂ ਲਿਆਉਂਦਾ। ਮੈਂ ਗੁਰੂ ਕਾ ਇੱਕ ਪਵਿੱਤਰ ਬਚਨ ਪੜ੍ਹਦੇ ਹਾਂ ਕਿ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। राम रहीम प्राण पुराण अनेक है मत एक न मान्यो। सिमरत शास्त्र वेद सबे बहु भेद के हम एक न जान्यो। श्री अस्पान कृपा तुमरी कर मैं ना कहो सब तोहे बखान्यो। ਜਦੋਂ ਵਾਹਿਗੁਰੂ ਜੀ ਦੇ ਪਿਆਰ ਜੁੜ ਗਏ, ਹੁਣ ਹੋਰ ਕਿਸੇ ਨੂੰ ਮੈਂ ਆਖੇ ਹੇਠ ਨਹੀਂ ਲਿਆਉਂਦਾ। ਕੋਈ ਕਹੀ ਜਾਏ ਕਿ ਕੋਈ ਰਾਮ ਹੈ, ਰਹੀਮ ਹੈ, ਕੇਵਲ ਇੱਕ ਪਰਮਾਤਮਾ, ਉਸ ਵਾਹਿਗੁਰੂ ਤੋਂ, ਪ੍ਰਭੂ ਤੋਂ ਬਿਨਾਂ ਹੋਰ ਕਿਸੇ ਦਾ ਕੋਈ ਮੁਤਾਜ਼ਗੀ ਨਹੀਂ। ਹੁਣ ਜਿਹਦਾ ਪਰਮਾਤਮਾ ਹੈ ਉਹਨੂੰ ਕਿਸੇ ਦਾ ਡਰ ਵੀ ਕੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਪਰਮਾਤਮਾ ਦੇ ਪਿਆਰ ਜੁੜੇ ਅਵਰ ਨਹੀਂ ਅਨ ਪੂਜਾ। ਹੁਣ ਹੋਰ ਕਿਸੇ ਪਾਸੇ ਦੀ ਕੋਈ ਪੂਜਾ ਦੀ ਲੋੜ ਨਹੀਂ ਹੈ। ਹੁਣ ਤੇ ਜਦੋਂ ਉਹਨੂੰ ਚੇਤੇ ਕਰਦੇ ਤਾਂ ਅੰਦਰੋਂ ਅੰਦਰ ਹੀ ਪੂਜਾ ਹੋਈ ਜਾਂਦੀ ਹੈ। ਪੂਜਾ ਕੀਚੇ ਨਾਮ ਧਿਆਈਐ ਬਿਨ ਨਾਮੇ ਪੂਜ ਨਾ ਹੋਏ। ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਦੁਨੀਆ ਦੇ ਲੋਕੋ ਪਰਮਾਤਮਾ ਦੀ ਪੂਜਾ ਕਰਨੀ ਹੈ ਨਾ, ਉਹਦਾ ਸਿਮਰਨ ਕਰੋ, ਉਹਦਾ ਨਾਮ ਜਪੋ।
ਜੇ ਨਾਮ ਨਹੀਂ ਜਪੋਗੇ, ਹੋਰ ਜੋ ਮਰਜ਼ੀ ਕਰੀ ਜਾਓਗੇ, ਕੋਈ ਪੂਜਾ ਨਹੀਂ ਹੋਣੀ। ਕਿਤੇ ਕੇਵਲ ਮੱਥਾ ਟੇਕਿਆਂ ਪੂਜਾ ਨਹੀਂ ਹੋਣੀ, ਕੋਈ ਦੀਵੇ ਜਗਾਇਆ ਪੂਜਾ ਨਹੀਂ ਹੋਣੀ, ਕੋਈ ਫੁੱਲ ਭੇਟਾ ਕੀਤਿਆਂ ਜਾਂ ਹੋਰ ਵਸਤੂਆਂ ਭੇਟਾ ਕੀਤਿਆਂ ਪੂਜਾ ਨਹੀਂ ਹੋਣੀ। ਪੂਜਾ ਹੈ ਉਹਦਾ ਸਿਮਰਨ ਕਰਨਾ, ਉਹਦੇ ਪਿਆਰ 'ਚ ਰਹਿਣਾ। ਇਸ ਕਰਕੇ ਸਾਹਿਬ ਕਹਿੰਦੇ ਹੁਣ ਉਹਦੇ ਤੋਂ ਬਿਨਾਂ ਹੋਰ ਕੋਈ ਪੂਜਾ ਮੈਂ ਨਹੀਂ ਕਰਦਾ। ਸ਼ਬਦ ਵਿਚਾਰ ਭਰਮ ਭਉ ਭੰਜਨ, ਮੈਂ ਅਵਰ ਨਾ ਜਾਣਾ ਜਾਣਿਆ ਦੂਜਾ। ਹੁਣ ਤੇ ਭਈ ਗੁਰੂ ਕੇ ਸ਼ਬਦ ਦੀ ਵਿਚਾਰ ਦੇ ਰਾਹੀਂ ਮੇਰੇ ਅੰਦਰੋਂ ਭਰਮ ਮਿਟ ਗਏ, ਸਾਰੇ ਭਰਮ ਮਿਟ ਗਏ, ਮੇਰੇ ਅੰਦਰੋਂ ਸਾਰੇ ਡਰ ਮਿਟ ਗਏ। ਗੁਰਬਾਣੀ ਕਿਉਂ ਪੜ੍ਹਨੀ ਹੈ? ਗੁਰਬਾਣੀ ਸਾਡੇ ਅੰਦਰੋਂ ਭਰਮ ਮੇਟਦੀ ਹੈ। ਕਈ ਤਰ੍ਹਾਂ ਦੇ ਭਰਮ ਨੇ ਸਾਡੇ ਅੰਦਰ। ਅਸੀਂ ਨਾ ਧਰਮ ਨਹੀਂ ਸਗੋਂ ਬਹੁਤਾ ਭਰਮ ਹੀ ਕਰੀ ਜਾਂਦੇ ਹਾਂ। ਬਾਣੀ ਨੂੰ ਮੱਥਾ ਟੇਕਦੇ ਹਾਂ, ਪੜ੍ਹਦੇ ਵੀ ਹਾਂ, ਪਰ ਬਾਣੀ ਨੂੰ ਸਮਝਦੇ ਭਾਗਾਂ ਵਾਲੇ ਨੇ। ਦੇਖੋ ਬਹੁਤ ਸਾਰੇ ਉਹ ਕਰਮ ਨੇ ਜਿਨ੍ਹਾਂ ਤੋਂ ਸਤਿਗੁਰੂ ਜੀ ਨੇ ਸਾਨੂੰ ਰੋਕਿਆ। ਹੁਣ ਉਦਾਹਰਨ ਦੇ ਤੌਰ ਤੇ ਬਾਬਾ ਨਾਨਕ ਜੀ ਜਗਨਨਾਥਪੁਰੀ 'ਚ ਜਾਂਦੇ ਨੇ, ਉੱਥੋਂ ਦੇ ਪੁਜਾਰੀ ਥਾਲ 'ਚ ਦੀਵੇ ਰੱਖ ਕੇ, ਫੁੱਲ ਰੱਖ ਕੇ ਆਰਤੀ ਉਤਾਰਦੇ ਨੇ ਜਗਨਨਾਥ ਦੀ ਮੂਰਤੀ ਦੀ। ਤੇ ਸਤਿਗੁਰੂ ਜੀ ਕਹਿੰਦੇ ਇੱਕ ਆਰਤੀ ਹੈ ਰੱਬ ਦੀ, ਰੱਬ ਦੀ ਤੇ ਆਰਤੀ ਹੋ ਰਹੀ ਹੈ ਬੜੀ ਵਧੀਆ। ਗगन में थाल रवि चंद दीपक बने तारका मंडल जनक मोती। ਉਹ ਜਗਤ ਦੇ ਨਾਥ ਦੀ ਆਰਤੀ ਕਿੰਨੀ ਵੱਡੀ ਹੋ ਰਹੀ ਹੈ। ਆਕਾਸ਼ ਥਾਲ ਹੈ, ਚੰਦਰਮਾ ਸੂਰਜ ਦੋ ਦੀਵੇ ਨੇ, ਤੁਸੀਂ ਕੀ ਆਰਤੀ ਕਰ ਲੋਗੇ ਰੱਬ ਦੀ ਭਾਈ। ਹੁਣ ਗੁਰਬਾਣੀ ਦਾ ਸ਼ਬਦ ਇਹ ਰੋਜ਼ ਪੜ੍ਹਦੇ ਅਸੀਂ, ਤੇ ਸਾਡੇ ਵੀ ਕਈ ਵੀਰ ਨਾ ਥਾਲੀ 'ਚ ਦੀਵੇ ਰੱਖ ਕੇ ਪੜ੍ਹੀ ਜਾਣਗੇ ਗगन में थाल रवि चंद दीपक, ਨਾਲੇ ਥਾਲੀ 'ਚ ਦੀਵੇ ਰੱਖ ਲੈਣਗੇ, ਨਾਲੇ ਗੁਰੂ ਸਾਹਿਬ ਦੇ ਅੱਗੇ ਥਾਲ ਘੁਮਾਈ ਜਾਣਗੇ, ਨਾਲੇ ਸ਼ਬਦ ਪੜ੍ਹੀ ਜਾਣਗੇ। ਹੁਣ ਜਿਸ ਕੰਮ ਤੋਂ ਸਤਿਗੁਰੂ ਜੀ ਨੇ ਸਾਨੂੰ ਜਗਾਉਣਾ ਚਾਹਿਆ, ਵਰਜਿਆ, ਉਹ ਕੰਮ ਸ਼ਬਦ ਪੜ੍ਹਦੇ ਅਸੀਂ ਕਰੀ ਚਲੇ ਜਾਂਦੇ ਹਾਂ। ਹੋਰ ਬਹੁਤ ਸਾਰੀਆਂ ਗੱਲਾਂ ਨੇ। ਗੁਰਬਾਣੀ ਨੇ ਕਿਤੇ ਨਹੀਂ ਸਾਨੂੰ ਕਿਹਾ ਕਿ ਗੁਰਮਤਿ ਅੰਦਰ ਕੋਈ ਮੋਨੀ ਨੂੰ ਮਾਨਤਾ ਮਿਲੇ, ਤੇ ਅਸੀਂ ਕਹਿੰਦੇ ਫਲਾਣੇ ਬਾਬਾ ਜੀ ਮੋਨੀ ਬਾਬਾ ਜੀ ਹੋਏ ਨੇ, ਅਸੀਂ ਮੋਨੀਆਂ ਦੇ ਮਗਰ ਹੀ ਭੱਜੇ ਫਿਰਦੇ ਹਾਂ। ਗੁਰਬਾਣੀ ਕਹਿੰਦੀ ਮੋਨ ਵੀ ਗੁੱਤਾ ਕਿਉਂ ਜਾਗੇ ਗੁਰ ਬਿਨ ਸੁੱਤਾ। ਉਹ ਮੋਨੀ ਤਾਂ ਪਹਿਲਾਂ ਹੀ ਘਾਟੇ 'ਚ ਹੈ, ਉਹ ਤੁਹਾਨੂੰ ਕੀ ਦੇਵੇਗਾ। ਅਸੀਂ ਕਹਿੰਦੇ ਮੋਨੀ ਬਾਬਾ ਮਿਲਿਆ, ਹੁਣ ਜਿਹੜਾ ਆਪ ਮੋਨੀ ਉਹ ਤੁਹਾਨੂੰ ਕੀ ਦੇਵੇਗਾ। ਦੇਖੋ ਸਾਡਾ ਸਤਿਗੁਰੂ ਮੋਨੀ ਨਹੀਂ ਹੈ, ਸਾਡੇ ਸਤਿਗੁਰੂ ਜੀ ਨੇ ਸਾਨੂੰ ਗਿਆਨ ਦਿੱਤਾ ਹੈ, ਸੋਝੀ ਦਿੱਤੀ ਹੈ। ਹੋਰ ਬਹੁਤ ਸਾਰੇ ਇਹੋ ਜਿਹੇ ਕਰਮ ਨੇ ਜਿਨ੍ਹਾਂ ਤੋਂ ਸਾਡੇ ਸਤਿਗੁਰੂ ਜੀ ਨੇ ਵਰਜਿਆ। ਹੁਣ ਗੁਰਬਾਣੀ ਕਹਿੰਦੀ ਕਿ ਰੋਟੀ ਨਾ ਖਾਣਾ ਕੋਈ ਭਗਤੀ ਨਹੀਂ ਹੈ। ਹਾਂ, ਸਰੀਰਕ ਤੰਦਰੁਸਤੀ ਲਈ ਅਲਪ ਆਹਾਰ ਕਰਨਾ, ਕਦੀ ਨਾ ਖਾਣਾ ਚੰਗੀ ਗੱਲ ਹੈ, ਸਰੀਰਕ ਤੰਦਰੁਸਤੀ ਲਈ। ਔਰ ਜਿਹੜੀ ਵੀ ਧਰਮਾਂ ਦੇ ਅੰਦਰ ਕੋਈ ਨਾ ਕੋਈ ਗੱਲ ਚੱਲੀ, ਇਹਦੇ ਮਗਰ ਕੋਈ ਨਾ ਕੋਈ ਗੱਲ ਹੁੰਦੀ ਹੈ। ਖਾਸ ਕਰਕੇ ਜਿਵੇਂ ਰੋਜੇ ਨੇ ਮੁਸਲਮਾਨਾਂ ਦੇ, ਤੁਸੀਂ ਉਹਨਾਂ ਦੀ ਤਹਿ 'ਚ ਜਾਓਗੇ ਨਾ, ਤੇ ਕਿਉਂਕਿ ਇਹ ਇੱਕ ਬੜੀ ਲੜਾਕੀ ਕੌਮ ਸੀ ਔਰ ਜ਼ਿਆਦਾਤਰ ਅਰਬ ਕੰਟਰੀ 'ਚ ਪੈਦਾ ਹੋਈ, ਤੇ ਉਹਨਾਂ ਦੇ ਰਹਿਬਰਾਂ ਨੇ ਇਸ ਕਰਕੇ ਕਿ ਇਹ ਬੜੇ ਸਟਰੋਂਗ ਹੋਣ, ਇਹ ਭੁੱਖਾਂ ਨੂੰ ਕੱਟ ਸਕਣ, ਇਹਨਾਂ ਨੂੰ ਇੱਕ ਅਭਿਆਸ ਦਿੱਤਾ ਸੀ ਰੋਜ਼ਿਆਂ ਦਾ ਕਿ ਏਦਾਂ ਭੁੱਖੇ ਰਹਿਣ ਦੀ ਆਦਤ ਪਾਉਣੀ ਹੈ। ਇਹ ਉਹਨਾਂ ਦੀ ਸਾਧਨਾ ਸੀ, ਪਰ ਹੁਣ ਉਹ ਧਰਮ ਬਣ ਗਿਆ। ਇਸ ਤਰੀਕੇ ਨਾਲ ਵਰਤ ਰੱਖਦੇ ਨੇ ਹਿੰਦੂ ਵੀਰ ਜਾਂ ਭੈਣਾਂ, ਉਹਦੇ ਮਗਰ ਕੋਈ ਨਾ ਕੋਈ ਲੌਜਿਕ ਤਾਂ ਹੋ ਸਕਦਾ। ਜੇਕਰ ਜੇ ਉਸ ਗੱਲ ਦਾ ਪਤਾ ਨਹੀਂ ਹੈ ਤੇ ਕੋਈ ਕਹੇ ਜਿਵੇਂ ਵਰਤ ਨਹੀਂ ਰੱਖਾਂਗਾ ਰੱਬ ਮਿਲ ਜਾਏਗਾ, ਇਦਾਂ ਤਾਂ ਨਹੀਂ ਮਿਲਣਾ। ਗੁਰਬਾਣੀ ਕਹਿੰਦੀ ਅੰਨ ਨਾ ਖਾਇਆ ਸਾਧ ਗਵਾਇਆ। ਜੇ ਕਿਸੇ ਬੰਦੇ ਨੇ ਰੱਬ ਦੇ ਬਦਲੇ ਰੋਟੀ ਪਾਣੀ ਨਹੀਂ ਖਾਦਾ, ਉਹਨੇ ਤੇ ਆਪਣੀ ਜ਼ਿੰਦਗੀ ਦਾ ਸਵਾਦ ਹੀ ਗਵਾ ਦਿੱਤਾ ਹੈ। ਅੰਨ ਨਾ ਖਾਣਾ ਕੋਈ ਬੰਦਗੀ ਨਹੀਂ ਹੈ, ਵਰਤ ਰੱਖਣਾ ਕੋਈ ਬੰਦਗੀ ਨਹੀਂ ਹੈ, ਨੰਗੇ ਪੈਰੀ ਤੁਰਨਾ ਕੋਈ ਬੰਦਗੀ ਨਹੀਂ ਹੈ। ਤੇ ਹੁਣ ਤੇ ਸਿੱਖ ਵੀ ਕਹਿੰਦਾ ਜੀ ਮੈਂ 21 ਦਿਨ ਨੰਗੇ ਪੈਰੀ ਆਉਂਗਾ ਗੁਰਦੁਆਰੇ, ਫਲਾਣੇ ਥਾਂ ਤੇ ਮੈਂ ਨੰਗੇ ਪੈਰੀ ਜਾਵਾਂਗਾ। ਜਿਨ੍ਹਾਂ ਗੱਲਾਂ ਤੋਂ ਸਾਡੇ ਸਤਿਗੁਰੂ ਜੀ ਨੇ ਸਾਨੂੰ ਵਰਜਿਆ, ਉਹ ਗੱਲਾਂ ਅਸੀਂ ਫੇਰ ਗੁਰੂ ਦੇ ਦਰ ਤੇ ਆ ਕੇ ਕਰਦੇ ਹਾਂ। ਇਹਦਾ ਮਤਲਬ ਕਿ ਅਸੀਂ ਗੁਰੂ ਦੀ ਮੰਨਦੇ ਨਹੀਂ। ਇਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ, ਗੁਰੂ ਨੂੰ ਮੱਥਾ ਵੀ ਟੇਕਦੇ ਆ, ਗੁਰੂ ਦੀ ਗੱਲ ਵੀ ਨਹੀਂ ਮੰਨਦੇ। ਸਤਿਗੁਰੂ ਜੀ ਕਹਿੰਦੇ ਇਸ ਤੇ ਮੁੱਢੋਂ ਹੀ ਭੁੱਲੇ ਹੋਏ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਣ ਅਵਰ ਨਹੀਂ ਅਨ ਪੂਜਾ ਗੁਰੂ ਕੇ ਸ਼ਬਦ, ਸ਼ਬਦ ਵਿਚਾਰ ਭਰਮ ਭਉ ਭੰਜਨ। ਜਦੋਂ ਮੈਂ ਗੁਰੂ ਕੇ ਸ਼ਬਦ ਦੀ ਵਿਚਾਰ ਸੁਣੀ ਕੀਤੀ ਨਾ, ਮੇਰੇ ਅੰਦਰੋਂ ਬੜੇ ਭਰਮ ਮਿਟ ਗਏ। ਫਿਰ ਕੀ ਹੋਇਆ? ਅਵਰ ਨਾ ਜਾਣਿਆ ਦੂਜਾ, ਤੇ ਹੁਣ ਤੇ ਪ੍ਰਮਾਤਮਾ ਤੋਂ ਬਿਨਾਂ ਮੈਂ ਕਿਸੇ ਨੂੰ ਨਹੀਂ ਜਾਣਦਾ। ਹੁਣ ਮੈਨੂੰ ਗੁਰੂ ਕੀ ਬਾਣੀ ਪੜ੍ਹ ਕੇ ਪਤਾ ਲੱਗਾ ਕਿ ਰੱਬ ਦੀ ਇਸ ਬਣਾਈ ਰਚਨਾ 'ਚ ਪਤਾ ਨਹੀਂ ਕਿਤੇ ਕਾਨ ਮਹੇਸ਼, ਕਿਤੇ ਬਰਮੇ ਘਾੜਤ ਕੜੀਏ ਰੂਪ ਰੰਗ ਕੇ, ਕਿੰਨੇ ਬਰਮਾ ਨੇ, ਕਿੰਨੇ ਕਾਨ ਨੇ, ਕਿੰਨੇ ਮਹੇਸ਼ ਨੇ। ਏਕ शिव पए एक गए एक फिर पए, रामचंद्र कृष्ण के अवतार भी अनेक है। कई अवतार आए ने धरती दे,
पर मैं केवल एक परमात्मा नूं मनना जिहदे पैदा कीते हुए ये सारे अवतार ने। हुण अवर ना जानिया दूजा, मैं होर किसी नूं जानदा ही नहीं है, किसी दी मुताजगी करदा ही नहीं है। मनुआ मार निर्मल पद चीनिया, हर रस रते अदिखाई। सतगुरु सच्चे पातशाह जी कहंदे हुण जदों मैं गुरु के शब्द राहीं हर रस विच जुड़ गया, हर रस रते अधिकाई, अधिकाई दा अर्थ हुंदा बहुत ज्यादा, मैं बहुत ज्यादा वाहिगुरु जी दे रंग विच रंगिया गया, जुड़ गया। ते मेरे अंदर जिहड़ा मनुआ, मनुआ दा अर्थ है ए मन, जिहड़ा मन मर्जी करन वाला मन, विगड़िया होया मन जिहड़ा, इस विगड़े हुए मन नूं मैं मार लिया अर्थ सवार लिया, इहनूं मैं काबू कर लिया। जदों मनुआ मार के मैं निर्मल कर लिया, पवित्र कर लिया, निर्मल पद चीनिया। पद मैना अवस्था, जिन्हों आपां कहने आ कि जिंदगी दा जिहड़ा उच्चा निर्मल पदवी है ना, जिन्हों आपां परम पदवी कहने, उन्हें मैं जान लिया, उन्हें मैं समझ लिया। हुण वाहिगुरू जी दे रंग च रंगिया गया। एक सिर मैं अवर ना जाना, सतगुरु बूझ बुझाई। मैनू मेरे गुरु ने इको एक सोझी दिती है कि भाई मानुख की टेक बिरथी सब जान, देवन को एक है भगवान, जिसके दिए रहे अघाई। बहु न तृष्णा लागे आए, मारे राखे एको आप, मानुख कह किस नहीं। मैनू मेरे गुरु ने कहा कि किसी मनुख दे हाथ विच कुछ नहीं है, ये परमात्मा दे हाथ विच है सारा। रोजी रोटी परमात्मा ने देनी है, जिंदगी परमात्मा ने दिती है, मारना उन्हें है, जिन्हों मारना है बचाउणा है उन्होंने कोई नहीं मार सकता। इस करके सतगुरु साहब जी कहते मैनू सतगुरु जी ने सोझी दे दी ते हुण मैं गुरु तो प्रभु तो बिना होर किसी नूं जानदा नहीं। अगम अगोचर अनाथ अजोनी, गुरमत एको जानिया। हुण गुरु दी मत रही मैं केवल एक उस परमात्मा नूं ही जानदा जिहड़ा अगम, अगम मैं ना जिहड़ा साडी गमता तो परे है। गमता तो परे दा अर्थ है कि जिन्हों असीं अखां नाल देख नहीं सकते, इस शरीर करके जिथे तक असीं पहुंच नहीं सकते। अगोचर दा अर्थ है जिन्हों हत्थां नाल फड़ नहीं सकते, साडे इंद्रियां दे गोचरा नहीं है कि ओनू असीं ना हत्थां नाल फड़ लईए, अखां नाल देखीदे नहीं। जिहड़ा ओ परमात्मा अजोनी, जूना तो रहता है, जिहड़ा अनाथ, जिहदा कोई मालक नहीं, जिहड़ा अपना मालक आप ही है, ਉਹਦਾ कोई मालक नहीं, अपना मालक वो आप है, जिहड़ा परमात्मा सुतंत्र है। हुण मैं गुरु दी मत रही केवल उस परमात्मा नूं जानदा। सो पर परे नाही चित डोलै, मन ही ते मन मानिया। हुण वाहिगुरू जी दे रंग च जुड़ के मेरे सारे ज्ञान इंद्रिय जिहड़े ना रज गए, सुभार में ना भर गए, चंगी तरह रज गए, ये तृप्त हो गए। हुण मेरा मन जिहड़ा सी ना वो अंदरों अंदर ही मन गया। पहला मन भज्जा फिरदा सी, हुण अंदर ही टिक गया ये मन, अंदर ही इहनूं सोझी प्राप्त होगी। गुर प्रसादी अकथो कथीऐ, कहो कहावै सोई। भाई गुरु दी कृपा सदका अकथो, जिस परमात्मा दी वडियाई नूं पूर्ण तौर ते कथन नहीं किया जा सकता। अकथो मैं ना जिहड़ा कथन ना किया जा सके। कोई मनुख अज तक परमात्मा का संपूर्ण स्वरूप नहीं बयान कर सकिया, ना कर सकेगा। कोई ओदा हद बन्ना नहीं जान सकिया, कोई ओदा अंत नहीं पा सकिया, पारावार नहीं पा सकिया। गुरबाणी कहंदी सुन वड्डा आखे सब कोय, केवड़ वड्डा डीठा होए, कीमत पाए ना कहया जाए, कहने वाले ते रहे समाए। वड्डे मेरे साहिबा गैर गंभीरा, गुणी गहीरा, कोई ना जाने तेरा केता केवड़ चीरा। सब सुरती मिल सुरत कमाई, सब कीमत मिल कीमत पाई, ज्ञानी तिहानी गुर गुर हाई, कहण ना जाई तेरी तिल वडियाई। सुन के सारे कहंदे परमात्मा वड्डा है, पर किड्डा वड्डा है तो देखांगे तो पता लगेगा। कोई अज तक ज्ञानी, कोई ध्यानी, कोई पंडित, कोई होर अनेक तरह के ज्ञान वाले अज तक रब दा तिल जिन्ना कोई पारावार नहीं पा सके, तिल जिन्नी वडियाई नहीं बयान कर सके। इस करके साहब कहंदे जिहड़ा परमात्मा अकथ है ना, ਉਹਦੀ महिमा मुख तो उच्चारण करनी चाहिए गुरु दे उपदेश राहीं। ते जे गुरु दे उपदेश राहीं ਉਹਦੇ प्यार जुड़ांगे, वाहिगुरु आप बख्शिश करके सानू जोड़ लेगा। नानक दीन दयाल हमारे, अवर न जानिया कोई। साहब कहते है भाई वो दीना दे उपर दया करने वाला जो दया दा घर परमात्मा है ना, मेरा ते ओही रखवाला है, मेरा ते आसरा ओही है। मैं उस परमात्मा तो बिना होर किसी नूं जानदा ही नहीं, होर किसी दी कोई मुताजगी नहीं है।
ਸਤਿਗੁਰੂ ਜੀ ਨੇ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਹਰ ਬਿਨ ਕਿਉਂ ਧੀਰ ਹੈ ਮਨ ਮੇਰਾ। ਭਈ ਪ੍ਰਮਾਤਮਾ ਤੋਂ ਬਿਨਾਂ ਮੇਰੇ ਮਨ ਨੂੰ ਧੀਰਜ ਕਿਵੇਂ ਆ ਸਕਦੀ ਹੈ, ਮਨ ਕਿਵੇਂ ਟਿਕ ਸਕਦਾ ਹੈ। ਸਿਰਫ ਤਾਂ ਸਿਰਫ ਵਾਹਿਗੁਰੂ ਜੀ ਦਾ ਨਾਮ ਸਾਡੀ ਜ਼ਿੰਦਗੀ ਦਾ ਆਧਾਰ ਹੈ। ਜਿਵੇਂ ਭੋਜਨ ਸਾਡੇ ਸਰੀਰ ਦਾ ਆਧਾਰ ਹੈ, ਵਾਹਿਗੁਰੂ ਜੀ ਦਾ ਪ੍ਰਭੂ ਦਾ ਭਜਨ ਸਾਡੇ ਮਨ ਦਾ ਆਧਾਰ ਹੈ। ਸਤਿਗੁਰੂ ਜੀ ਨੇ ਕਿਹਾ ਕਿ ਗੁਰੂ ਕੇ ਗਿਆਨ ਰਾਹੀਂ ਜਦੋਂ ਮਨੁੱਖ ਨੂੰ ਸੋਝੀ ਹੁੰਦੀ ਹੈ, ਉਹਨੂੰ ਫਿਰ ਨਾਮ ਦਾ ਰਸ ਆਉਂਦਾ ਹੈ। ਰਸ ਵਿੱਚ ਜੁੜ ਕੇ ਉਹ ਮਾਇਆ ਆਪਣੀ ਗੁਰੂ ਕੇ ਗਿਆਨ ਰਾਹੀਂ ਚੰਚਲ ਮਤ ਤੋਂ ਮੁਕਤ ਹੁੰਦਾ ਹੈ, ਪਰਮਾਤਮਾ ਦੇ ਪਿਆਰ ਜੁੜਦਾ ਹੈ, ਪਰਮਾਤਮਾ ਨੂੰ ਆਪਣੇ ਚ ਵਿਲੀਨ ਕਰ ਲੈਂਦੇ ਨੇ। ਫਿਰ ਉਹਨੂੰ ਸੋਝੀ ਮਿਲਦੀ ਕਿ ਰੱਬ ਦੇ ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ ਹੋਣੀ, ਰੱਬ ਦੇ ਨਾਮ ਤੋਂ ਬਿਨਾਂ ਮਨ ਦੀਆਂ ਭੁੱਖਾਂ ਨਹੀਂ ਮਿਟਣੀਆਂ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਇਹ ਪਵਿੱਤਰ ਬਚਨ ਸਾਡੇ ਹਿਰਦੇ ਵਿੱਚ ਵਸਣ ਜੀ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ। ਗਰੀਬ ਨਿਵਾਸ ਸਤਿਗੁਰੂ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਿਰਤਾਰਥ ਕਰਨ। ਪਿਆਰ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।